सबको निवै आपको, पर को निवै न कोय। तर तारा जू तोलिए, निवै सो गौरा होए। तर तारा जू तोलिए, निवै सो गौरा होए। गुण चंगियाइया तत, गुण चंगियाइया तत, गुण चंगियाइया तत, गुण चंगियाइया तत। मिठत नीवी नानका, गुण चंगियाइया तत। मिठत नीवी नानका, गुण चंगियाइया तत। गुण चंगियाइया तत, गुण चंगियाइया तत, गुण चंगियाइया तत, गुण चंगियाइया तत। मिठत नीवी नानका, गुण चंगियाइया तत। मिठत नीवी नानका, गुण चंगियाइया तत। अपराधी धूणा निवै, जो हरता मिर्गाहे। अपराधी धूणा निवै, जो हरता मिर्गाहे। शीस निवाये क्या थिए, जार दे कसुदे जाए। शीस निवाये क्या थिए, जार दे कसुदे जाए। गुण चंगियाइया तत, गुण चंगियाइया तत, गुण चंगियाइया तत, गुण चंगियाइया तत। मिठत नीवी नानका, गुण चंगियाइया तत। मिठत नीवी नानका, गुण चंगियाइया तत। गुण चंगियाइया तत, गुण चंगियाइया तत। गुण चंगियाइया तत, गुण चंगियाइया तत। मिठत नीवी नानका, गुण चंगियाइया तत। मिठत नीवी नानका, गुण चंगियाइया तत। गुण चंगियाइया तत, गुण चंगियाइया तत। वाहे गुरु गुरु तेग बहादुर सिमरिए, हर नाम निद आवे ताए। तेग बहादुर सिमरिए, हर नाम निद आवे ताए। सब थाई
ਹੋਏ ਸਹਾਏ ਸਭ ਥਾਈ, ਹੋਏ ਸਹਾਏ ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੇ ਥਾਏ। ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੇ ਥਾਏ। ਘਰ ਨਾਨਕ ਆਵੇ ਥਾਏ। ਘਰ ਨਾਨਕ ਆਵੇ ਥਾਏ। ਵਾਹਿਗੁਰੂ ਜੀ। ਵਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸ਼ਰਸ਼ਾਹਾਂ ਪਾਤਸ਼ਾਹ ਗੋ ਨੇਚਲ ਚੌਰ ਛੱਤ। ਪੌੜੀ ਮਠਿਓ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਪਤ ਕਰਤਬਾ। ਜੀ ਅੰਦਰ ਜੀ ਸਭ ਕੀ ਜਾਣ ਲਾ, ਸਭ ਸਿਰ ਵਸ ਤੇਰਾ ਕਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾ ਸੁਧ ਆਗੇ ਬਿਨਵਤਾ। ਤੇਰਾ ਜੀ ਤੇਰਾ ਨਾਮ ਸਤ ਹੈ, ਸ਼੍ਰੀ ਵਾਹਿਗੁਰੂ। ਪੌੜੀ ਵੱਡੀ ਹੋ ਵਡਾਇਆ ਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਾਪਨ ਕਰਤਬਾ। ਜਿਆਂ ਅੰਦਰ ਜੀਓ ਸਭ ਕੇ ਜਾਣ ਲਾ, ਸਭ ਕੇ ਤੇਰਾ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਏ ਤੁਧ ਕਰ, ਮਾਨ ਮਹਤਾ ਤੇ ਜੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀ ਸਹਿਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ। ਧਰਮ ਹਦੂ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री वाहिगुरु जी। गुरु नानक पद पंकज, बंधन पद पंकज। सिमरो अंगद दुख, गुर अमरदास हृदय नित त्यावा। श्री गुरु राम
ਰਾਮਦਾਸ ਗੁਣ ਗਾ। ਗੁਰ ਅਰਜਨ ਬਿਘਨਨ ਕੇ ਨ ਹਰ ਗੋਬਿੰਦ ਸ਼ੁਭ ਸੁਮਤ ਪਰ ਕਾ। ਸ੍ਰੀ ਹਰਿ ਰਾਏ ਨਮੋ ਕਾਰ ਜੋਰੀ ਨਮੋ ਕਾਰ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੰਕਜ ਨੈਣ ਬਿਲੋਕ ਬਿਤਾ ਦਿਸ਼। ਤੂਰਨ ਧਾਇ ਕੈ ਕੀਨ ਪ੍ਰਣਾਮਾ। ਕਾਲੂ ਉਠਾਏ ਲਿਓ ਭਜ ਕੋ ਗੈ। ਕੰਠ ਲਗਾਏ ਭਲੇ ਸੁਖ ਤਾਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਵਾਲੀਏ ਕੁਲ ਆਲਮ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਵਡਭਾਗੀ ਹੋ। ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ। ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ ਪ੍ਰਧਾਨਾ। रोम रोम कोट ब्रह्मांड को निवास जास मानस अवतार धार दर्श दिखाए हैं। आदि गुरुदेव जगत गुरु सतगुरु धन श्री गुरु नानक देव जी महाराज गरीब नवाज सच्चे पातशाह जी दे पावन जीवन का लड़ीवार इतिहास आप जी सरवण कर रहे हो। कल दे दीवाना विच आपने सरवण कीता सी गुरु नानक देव जी महाराज सच्चे पातशाह तलवंडी नगर तो चल के सुल्तानपुरे बिराजते हैं। कुछ समा विचरण तो बाद भाई जय राम जी नूं सतगुरु आप कहते ने कोई कार विहार कर लईए। भाई जय राम जी कहते महाराज इस घर विच सब कुछ आप जी दा ही है।
ਜਿਵੇਂ ਆਪ ਜੀ ਨੂੰ ਭਾਵਦਾ ਉਵੇਂ ਖਰਚੋ ਆਪ। ਮਹਾਰਾਜ ਕਹਿੰਦੇ ਨਹੀਂ, ਕਿਰਤ ਕਰਨੀ ਜ਼ਰੂਰੀ ਹੈ। ਭਾਈ ਜੈ ਰਾਮ ਜੀ ਸਤਿਗੁਰਾਂ ਨੂੰ ਆਪਣੇ ਨਾਲ ਦੌਲਤ ਖਾਨ ਦੇ ਪਾਸ ਲੈ ਗਏ। ਦੌਲਤ ਖਾਨ ਨੂੰ ਕਿਹਾ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਮੇਰੀ ਸੁਪਤਨੀ ਬੇਬੇ ਨਾਨਕੀ ਜੀ, ਉਹਨਾਂ ਦੇ ਭਰਾਤਾ ਜੀ ਨੇ, ਇਹਨਾਂ ਨੂੰ ਕੋਈ ਕਾਰਜ, ਕੋਈ ਕੰਮਕਾਰ, ਕਿਰਤ ਵਿਰਤ ਦਿਓ। ਦੌਲਤ ਖਾਨ ਨੇ 1000 ਰੁਪਇਆ ਦਿੱਤਾ। ਕਹਿੰਦਾ ਮੇਰਾ ਮੋਦੀ ਖਾਨਾ ਜਿਹੜਾ ਹੈ ਉਹਦੇ ਵਿੱਚ ਮੋਦੀ ਦੀ ਕਾਰ ਇਹ ਕਰ ਲੈਣ। ਤੋ ਮੋਦੀ ਖਾਨੇ ਅੰਦਰ ਵਸਤੂਆਂ ਪਾ ਕੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਮੋਦੀ ਖਾਨਾ ਚਲਾਉਣ ਲੱਗੇ। ਇੱਕ ਦਿਨ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਤੁਸੀਂ ਤਾਂ ਹੁਣ ਆਪਣੀ ਕਿਰਤ ਬਿਰਤ ਲੱਗ ਗਏ ਹੋ, ਤੇ ਮੈਨੂੰ ਆਗਿਆ ਦਿਓ, ਹੁਕਮ ਦਿਓ ਵੀ ਮੈਂ ਵੀ ਘਰ ਜਾਵਾਂ ਤੇ ਜਾ ਕੇ ਆਪਣੀ ਕੋਈ ਕਿਰਤ ਬਿਰਤ ਕਰ ਲਵਾਂ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਜੋ ਅਸੀਂ ਕਰ ਰਹੇ ਹਾਂ ਇਹ ਸਦਾ ਲਈ ਨਹੀਂ, ਤੇ ਇਹ ਸਾਡਾ ਟੀਚਾ ਵੀ ਨਹੀਂ ਜੋ ਅਸੀਂ ਕਰ ਰਹੇ ਹਾਂ। ਅਸੀਂ ਕੁਝ ਹੋਰ ਕਰਨਾ ਹੈ, ਤੇ ਜੋ ਅਸੀਂ ਕਰਨਾ ਉਹਦੇ ਵਿੱਚ ਸਾਨੂੰ ਤੇਰੀ ਸੰਗਤ, ਤੇਰਾ ਸੰਗ ਚਾਹੀਦਾ। ਤਾਂ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਸਤ ਬਚਨ ਜਿਵੇਂ ਆਪ ਜੀ ਦੀ ਆਗਿਆ। ਮਹਾਰਾਜ ਮੋਦੀ ਦੀ ਕਾਰ ਕਰਦੇ ਨੇ, ਸਭ ਦੀਆਂ ਝੋਲੀਆਂ ਭਰਦੇ ਨੇ, ਤੇਰਾ ਤੇਰਾ ਕਹਿ ਕੇ ਤੋਲਦੇ ਨੇ, ਤੇ ਜਿੰਨੀ ਵਾਰ ਵੀ ਹਿਸਾਬ ਕਿਤਾਬ ਹੋਇਆ ਹਰ ਵਾਰੀ ਲੇਖੇ ਵਿੱਚ ਵਾਧਾ ਨਿਕਲਿਆ। ਤੇ ਖਬਰ ਚਲਦੀ ਚਲਦੀ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚੀ ਹੈ। ਆਪਣੇ ਪੁੱਤਰ ਦੀ ਵਡਿਆਈ ਸੁਣ ਕੇ ਮਹਿਤਾ ਕਾਲੂ ਜੀ ਸੁਲਤਾਨਪੁਰ ਦੀ ਧਰਤੀ ਤੇ ਪਹੁੰਚੇ ਨੇ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਅਦਬ ਸਤਿਕਾਰ ਭਾਉ ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਕਜ ਨੈਣ ਬਿਲੋਕ ਬਿਤਾ ਦਿਸ਼ਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਮਹਿਤਾ ਕਲਿਆਣ ਦਾਸ ਜੀ ਵੱਲ ਵੇਖਿਆ ਹੈ। ਤੂਰਨ ਤਾਏ ਕੈ ਕੀਨ ਪ੍ਰਣਾਮਾ। ਦੌੜ ਕੇ ਛੇਤੀ ਨਾਲ ਜਾ ਕੇ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ ਹੈ। ਕਾਲੂ ਉਠਾਏ ਲਿਓ ਪੁਜ ਕੋ ਗਏ। ਪ੍ਰੇਮ ਦੇ ਨਾਲ ਕਾਲੂ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਠਾ ਲਿਆ ਹੈ। ਕੰਠ ਲਗਾਏ ਭਲੇ ਸੁਖ ਤਾਮਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਕੰਠ ਨਾਲ ਲਾ ਲਿਆ। ਪੁੱਤਰ ਨੂੰ ਆਪਣੇ ਨੂੰ ਗਲਵਕੜੀ ਵਿੱਚ ਲੈ ਲਿਆ ਹੈ। ਹੋ ਪੁਨ ਬੰਧਨ ਜਾਏ ਕਰੀ ਗੁਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਤੋਂ ਬਾਅਦ ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਫਿਰ ਮੈਂ ਵੀ ਜਾ ਕੇ ਕਲਿਆਣ ਦਾਸ ਜੀ ਨੂੰ ਨਮਸਕਾਰ ਕੀਤੀ ਹੈ। ਗੁਰ ਅੰਗਦ ਜੀ ਸੁਨ ਪੂਰਨ ਕਾਮਾ। ਹੇ ਕਾਮਨਾਵਾਂ ਨੂੰ ਪੂਰਨ ਕਰਨ ਵਾਲੇ ਇੱਛਾ ਪੂਰਕ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਨਾ ਕਰੋ। ਬੂਝ ਕੈ ਛੇਮ ਸਰੀਰ ਕਈ ਤਾਂ ਛਿਨ। ਉਸ ਵਕਤ ਕਲਿਆਣ ਦਾਸ ਜੀ ਨੇ ਸਾਨੂੰ ਸੁਖ ਸ਼ਾਂਤ ਪੁੱਛਿਆ ਹੈ, ਸਰੀਰ ਦੀ ਕਲਿਆਣਤਾ ਪੁੱਛੀ ਹੈ। ਬੈਸਿਓ ਪਰਯੰਕ ਪੈ ਲੈ ਅਬਰਮਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਕਲਿਆਣ ਦਾਸ ਜੀ ਇੱਕ ਪਲੰਗ ਦੇ ਉੱਤੇ ਬਿਰਾਜਮਾਨ ਹੋ ਗਏ ਹਨ। ਹਾਥ ਕੇ ਸਾਥ ਭਲੋ ਸਤ ਮਾਥ। ਬੜੇ ਪ੍ਰੇਮ ਦੇ ਨਾਲ ਆਪਣੇ ਹੱਥ ਨਾਲ ਸਤਿਗੁਰਾਂ ਦਾ ਮਸਤਕ ਪਲੋਸਦੇ ਨੇ। ਪੁੱਤਰ ਨੂੰ ਬੜਾ ਲਾਡ ਲਡਾਉਂਦੇ ਹਨ। ਅਨਾਥਨ ਨਾਥ ਕੋ ਅੰਕ ਬਸਾਈ। ਅਨਾਥਾਂ ਦੇ ਨਾਥ ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਕਿਸ ਹੀ ਕੋਈ ਮੰਨ ਨਿਮਾਣੀ ਏਕ ਤੋਂ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਹਨ। ਜਿਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ, ਉਹਨਾਂ ਦੀ ਬਾਂਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫੜਦੇ ਨੇ।
ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਕਲਿਆਣ ਦਾਸ ਜੀ ਬੜਾ ਪ੍ਰੇਮ ਕਰਦੇ, ਲਾਡ ਲਡਾਉਂਦੇ ਹਨ। ਮੇਲ ਭਇਓ ਬੋ ਕਾਲ ਵਿਖੈ ਮਨ। ਬਹੁਤ ਲੰਮੇ ਸਮੇਂ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਨਾਲ ਪਿਤਾ ਜੀ ਦਾ ਮੇਲ ਹੋਇਆ ਹੈ। ਪ੍ਰੀਤ ਨਹੀਂ ਕੀ ਜਈ ਉਪਜਾਈ। ਸਾਧ ਸੰਗਤ ਜੀ, ਜਿਵੇਂ ਨਵੀਂ ਅੰਗੂਰੀ ਪੈਦਾ ਹੁੰਦੀ ਹੈ ਨਾ, ਜਦੋਂ ਸਵੇਰ ਦਾ ਸਮਾਂ ਹੋਵੇ ਤੇ ਨਵਾਂ ਘਾਹ ਜਦੋਂ ਕੋਮਲ ਜੀਆਂ ਕਰੁੰਬਲਾਂ ਲਾ ਕੇ ਪੈਦਾ ਹੁੰਦਾ, ਉਹਨੂੰ ਅੰਗੂਰੀ ਕਹਿੰਦੇ ਨੇ। ਤੇ ਜਿਵੇਂ ਨਵੀਆਂ ਕਰੁੰਬਲਾਂ ਪੈਦਾ ਹੁੰਦੀਆਂ ਨੇ, ਇਸ ਤਰ੍ਹਾਂ ਨਵੀਂ ਨਵੀਂ ਪ੍ਰੀਤ ਜਿਹੜੀ ਹੈ ਕਲਿਆਣ ਦਾਸ ਜੀ ਦੇ ਹਿਰਦੇ ਵਿੱਚ ਪੈਦਾ ਹੋਈ ਹੈ। ਸੋਦਾ ਵਿਸ਼ੇਕ ਹੀ ਦੇਖ ਨਿਖਿਦਿਆ ਮੈਂ। ਸਾਧ ਸੰਗਤ, ਮੋਦੀ ਖਾਨੇ ਦੇ ਵਿੱਚ ਬੜਾ ਸੌਦਾ ਭਰਿਆ ਪਿਆ ਸੀ। ਰਸਤਾਂ ਬਸਤਾਂ ਨਾਲ ਸਾਰਾ ਮੋਦੀ ਖਾਨਾ ਜਿਹੜਾ ਭਰਿਆ ਹੋਇਆ ਹੈ। ਜਾਨ ਸਪੂਤ ਰਿਓ ਹਰ ਖਾਈ। ਤੇ ਪੁੱਤਰ ਨੂੰ ਸਪੁੱਤਰ ਜਾਣ ਕੇ ਕਲਿਆਣ ਦਾਸ ਜੀ ਬੜੇ ਖੁਸ਼ ਹੋ ਗਏ। ਇੱਕ ਉਹ ਸਮਾਂ ਸੀ ਨਾ ਜਦੋਂ ਪੰਡਤ ਹਰਦਿਆਲ ਜੀ ਨੂੰ ਕਹਿੰਦੇ ਸਨ ਵੀ ਤੂੰ ਆਖਿਆ ਵੀ ਇਹਦੇ ਆਉਣ ਨਾਲ ਬਰਕਤਾਂ ਪੈ ਜਾਣਗੀਆਂ, ਇਹਨੇ ਤਾਂ ਸਾਰਾ ਕੁਝ ਹੀ ਗਵਾ ਦਿੱਤਾ। ਕਿਸੇ ਨੂੰ ਲੋਟਾ, ਕਿਸੇ ਨੂੰ ਛਾਪ ਦੇ ਦਿੱਤੀ। ਮਹਾਰਾਜ ਨੇ ਇੱਕ ਸਾਧੂ ਨੂੰ ਲੋਟਾ ਛਾਪ ਦਿੱਤਾ। ਘਰ ਦੇ ਵਿੱਚੋਂ ਵਸਤੂਆਂ ਚੁੱਕਣੀਆਂ, ਜਾ ਕੇ ਗਰੀਬਾਂ ਦੇ ਘਰ ਵਿੱਚ ਸੁੱਟ ਆਉਣੀਆਂ। ਤੇ ਕਾਰ ਵਿਹਾਰ ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਨਾਲ ਹੀ ਕਰਦੇ ਸਨ। ਚਿੱਤ ਕਰਦਾ ਸੀ ਕਰ ਲੈਂਦੇ ਸਨ, ਨਹੀਂ ਮੌਜ ਵਿੱਚ ਰਹਿੰਦੇ ਸਨ। ਉਹਨਾਂ ਨੂੰ ਹਮੇਸ਼ਾ ਇਸ ਗੱਲ ਦਾ ਗਿਲਾ ਰਿਹਾ ਵੀ ਮੇਰਾ ਪੁੱਤਰ ਕੰਮਕਾਰ ਨਹੀਂ ਕਰਦਾ। ਪਰ ਮੋਦੀ ਖਾਨਾ ਭਰਿਆ ਵੇਖ ਕੇ ਅੱਜ ਮਨ ਬੜਾ ਖੁਸ਼ ਹੋ ਗਿਆ ਵੀ ਮੇਰਾ ਪੁੱਤਰ ਸੁਪੁੱਤਰ ਬਣ ਗਿਆ, ਵੀ ਕੰਮਕਾਰ ਕਰਨ ਲੱਗ ਪਿਆ ਹੈ। ਦਵੈ ਕਟਕਾ ਜਬ ਬੀਤ ਗਈ। ਜਦੋਂ 2 ਘੜੀਆਂ ਦਾ ਸਮਾਂ ਬਤੀਤ ਹੋ ਗਿਆ ਹੈ। ਇਹ ਕਾਲ ਮੈਂ ਕਾਲੂ ਨੇ ਬਾਨੀ ਆਲਾਈ। 2 ਘੜੀਆਂ ਬਾਅਦ ਕਲਿਆਣ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਬਚਨ ਆਖੇ ਹਨ। ਉਹ ਕਾਲ ਭਇਓ ਸੁਲਤਾਨਪੁਰੇ ਕ੍ਰਿਤ। ਆਖਣ ਲੱਗੇ ਵੀ ਤੁਹਾਨੂੰ ਸੁਲਤਾਨਪੁਰੇ ਵਿੱਚ ਕੰਮਕਾਰ ਕਰਦਿਆਂ ਬੜਾ ਸਮਾਂ ਹੋ ਗਿਆ। ਕਾਫੀ ਸਮਾਂ ਤੁਸੀਂ ਇੱਥੇ ਕਾਰ ਵਿਹਾਰ ਕਰਦਿਆਂ ਬਤੀਤ ਕਰ ਦਿੱਤਾ ਹੈ। ਮੋਦੀ ਤੇ ਕੀਨੀ ਹੈ ਕੀਤੀ ਕਮਾਈ। ਤੇ ਮੈਨੂੰ ਇੰਨਾ ਕੁ ਦੱਸ ਦਿਓ ਵੀ ਇਸ ਮੋਦੀ ਦੇ ਕੰਮ ਦੇ ਵਿੱਚੋਂ ਤੁਸੀਂ ਕਿੰਨੀ ਕੁ ਕਮਾਈ ਹੁਣ ਤੱਕ ਕਰ ਲਈ ਹੈ। ਸੁਨ ਪੰਕਜ ਲੋਚਨ ਬੈਨ ਪਨੈ ਬੋ। ਇਹ ਬਚਨ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ। ਉਹ ਆਨ ਕਮਾਈ ਕਰੀ ਇਹ ਥਾਈ। ਮਹਾਰਾਜ ਜੀ ਕਹਿੰਦੇ ਪਿਤਾ ਜੀ ਕਮਾਈ ਤਾਂ ਬੜੀ ਕੀਤੀ ਹੈ। ਜਦੋਂ ਦਾ ਮੈਂ ਇੱਥੇ ਆਇਆ ਨਾ, ਕੋਈ ਕਮੀ ਨਹੀਂ ਰੱਖੀ ਪਰਮੇਸ਼ਰ ਨੇ। ਬੜੀ ਮਾਇਆ ਆਈ, ਬੜੀ ਕਮਾਈ ਅਸਾਂ ਕੀਤੀ ਹੈ। ਨੈ ਹੱਥ ਮੈਂ ਆਥ ਕਰੈ ਥਿਰਤਾ। ਪਰ ਇਹ ਮਾਇਆ ਨਾ ਕੀ ਕਰੀਏ, ਹੱਥ ਵਿੱਚ ਟਿਕਦੀ ਕੋਈ ਨਹੀਂ। ਕਮਾਈ ਤਾਂ ਬੜੀ ਕੀਤੀ ਹੈ, ਪਰ ਇਹ ਕੀਤੀ ਹੋਈ ਕਮਾਈ ਸਾਡੇ ਹੱਥ ਵਿੱਚ ਨਹੀਂ ਟਿਕੀ। ਉਤ ਆਵਤ ਹੈ ਇਤ ਕੋ ਚਲ ਜਾਈ। ਉਧਰੋਂ ਮਾਇਆ ਆਉਂਦੀ ਹੈ ਤੇ ਇਧਰੋਂ ਚਲੀ ਜਾਂਦੀ ਹੈ। ਭਾਵ ਸੱਜੇ ਹੱਥ ਰਾਹੀਂ ਮਾਇਆ ਆਉਂਦੀ ਹੈ, ਖੱਬੇ ਹੱਥ ਰਾਹੀਂ ਖਰਚ ਹੋ ਜਾਂਦੀ ਹੈ। ਕਰ ਏਕ ਬਿਰਾਟਿਕਾ ਸੰਚ ਕਰੀਨੈ। ਇੱਥੇ ਰਹਿੰਦਿਆਂ ਤਾਂ ਅਸੀਂ ਇੱਕ ਕੌਡੀ ਵੀ ਹੁਣ ਤੱਕ ਇਕੱਠੀ ਨਹੀਂ ਕੀਤੀ। ਆਮਦ ਔ ਖਰਚੀ ਸਮਤਾਈ। ਕਿਉਂਕਿ ਇਥੋਂ ਦੀ ਆਮਦਨ ਤੇ ਇਥੋਂ ਦਾ ਖਰਚਾ ਇੱਕੋ ਜਿਹਾ ਹੈ। ਜਿੰਨੀ ਕ ਆਮਦਨ ਆਉਂਦੀ ਹੈ ਓਨਾ ਹੀ ਸਾਡਾ ਖਰਚਾ ਹੋ ਜਾਂਦਾ ਹੈ। ਦੋਹਰਾ ਤਾਤ ਮੋਹਿ ਤ੍ਰਿਣ ਸੇਤ ਜਿਉ ਤ੍ਰਿਸ਼ਨਾ ਲਹਿਰ ਪ੍ਰਵਾਹੇ। ਕਵੀ ਜੀ ਕਹਿੰਦੇ ਜਿਵੇਂ ਮੰਨ ਲਓ ਤੀਲਿਆਂ ਦਾ ਕੋਈ ਪੁਲ ਬਣਾਇਆ ਹੋਵੇ ਨਾ, ਤੇ ਪਾਣੀ ਦੇ ਪ੍ਰਵਾਹ ਨਾਲ ਰੁੜ ਜਾਂਦਾ ਹੈ। ਤੇ ਮਹਿਤਾ ਕਲਿਆਣ ਦਾਸ ਜੀ ਦਾ ਜਿਹੜਾ ਮੋਹ ਸੀ ਨਾ, ਉਹ ਤੀਲਿਆਂ ਦਾ ਪੁਲ ਸੀਗਾ, ਜਿਹੜਾ ਤ੍ਰਿਸ਼ਨਾ ਦੀ ਲਹਿਰ ਦੇ ਅੰਦਰ ਕਹਿੰਦੇ ਉਸੇ ਵਕਤੀ ਰੁੜ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਵੀ ਇੱਕ ਵੀ ਵਿਰਾਟਕਾ ਮੈਂ ਇਕੱਠੀ ਨਹੀਂ ਕੀਤੀ, ਮਾਇਆ ਆਈ ਬੜੀ ਹੈ ਪਰ ਜੋੜੀ ਕੋਈ ਨਹੀਂ। ਇੰਨੀ ਗੱਲ ਸੁਣਦਿਆਂ ਅੰਦਰ ਦਾ ਸਾਰਾ ਹੀ ਮੋਹ ਰੁੜ ਗਿਆ ਹੈ। ਏਕੈ ਬਾਰ ਬਹਾਏ ਸੋ ਰਹਾ ਨਾ ਕਛ ਮਨ ਮਾਹੇ। ਅੰਦਰ ਦਾ ਜਿਹੜਾ ਮੋਹ ਸੀ ਇੱਕੋ ਵਾਰ 'ਚ ਹੀ ਰੁੜ ਗਿਆ। ਮਨ ਦੇ ਵਿੱਚ ਕੋਈ ਗੱਲ ਹੀ ਨਾ ਰਹੀ, ਕੋਈ ਮੋਹ ਵਾਲੀ ਬਾਤ ਨਾ ਰਹੀ। ਅੰਦਰਲਾ ਮਨ ਜਿਹੜਾ ਸੀ ਉਹ ਮੋਹ ਤੋਂ ਖਾਲੀ ਹੋ ਗਿਆ ਹੈ। ਸਵਈਆ ਸੁਨ ਸਰੋਨਨ ਮੈਂ ਮਨ ਰੋਸ ਕਨੋ ਮੁਖਾ। ਜਦੋਂ ਕੰਨਾਂ ਦੁਆਰਾ ਇਹ ਬਚਨ ਸੁਣਿਆ ਨਾ, ਤੇ ਸੁਣਦਿਆਂ ਸਾਰ ਕਾਲੂ ਜੀ ਦੇ ਮਨ ਦੇ ਅੰਦਰ ਬੜਾ ਰੋਸ ਪੈਦਾ ਹੋ ਗਿਆ ਹੈ। ਬੈਨ ਪਨੇ ਤਨ ਰਾਖਨ ਹੇਤੂ। ਸਾਧ ਸੰਗਤ ਜੀ ਮੁਖ ਦੁਆਰਾ ਉਹਨਾਂ ਨੇ ਧਨ ਇਕੱਠਾ ਕਰਨ ਦੇ ਬਚਨ ਆਖੇ ਹਨ। ਜਬ ਕੋ ਜਨਮਿਓ ਨਾ ਦਿਓ ਸੁਖ ਤੈ। ਆਖਣ ਲੱਗੇ ਪੁੱਤਰ ਜਦੋਂ
ਦਾ ਤੂੰ ਘਰ ਦੇ ਵਿੱਚ ਜਨਮਿਆ ਨਾ, ਇੱਕ ਵੀ ਸੁੱਖ ਨਹੀਂ ਅੱਜ ਤਾਈਂ ਤੂੰ ਦਿੱਤਾ। ਨਿਤ ਬਾਦ ਗਵਾਏ ਬਿਤੰਗ ਦੁਖ ਦੇ ਤੂੰ, ਹਰ ਰੋਜ਼ ਨੇਤੀ ਤੂੰ ਧਨ ਵਿਅਰਥ ਗਵਾ ਰਹੇ ਹੈ। ਕਦੇ ਤੂੰ ਸੁੱਖ ਤਾਂ ਨਹੀਂ ਸਾਨੂੰ ਦਿੱਤਾ, ਦੁੱਖ ਹੀ ਦਿੱਤੇ ਨੇ। ਬਚਪਨ ਵਿੱਚ ਵੀ ਦੁੱਖ ਦਿੰਦਾ ਰਿਹਾ, ਘਰ ਦੀਆਂ ਵਸਤੂਆਂ ਜਾ ਕੇ ਲੋਕਾਂ ਦੇ ਘਰ ਵਿੱਚ ਸੁੱਟਦਾ ਰਿਹਾ, ਉਦੋਂ ਵੀ ਕੋਈ ਸੁੱਖ ਨਾ ਦਿੱਤਾ। ਤੇ ਜੇ ਹੁਣ ਕੰਮ ਲੱਗ ਹੀ ਗਿਆ ਸੀ ਤੇ ਹੁਣ ਵੀ ਤੂੰ ਕੋਈ ਸਾਨੂੰ ਸੁੱਖ ਨਹੀਂ ਦਿੱਤਾ, ਕੇਵਲ ਦੁੱਖ ਹੀ ਦਿੱਤਾ ਹੈ। ਇਕ ਹੋਤ ਸਪੂਤ ਕਮਾਵਤ ਹੈ ਧਨ, ਇੱਕ ਸਪੁੱਤਰ ਹੁੰਦੇ ਨੇ। ਸਪੁੱਤਰ ਕਿਹਨੂੰ ਕਹਿੰਦੇ? ਜਿਹਨੂੰ ਆਪਾਂ ਚੰਗਾ ਸ੍ਰੇਸ਼ਟ ਪੁੱਤਰ ਕਹਿ ਦਿੰਦੇ ਆ। ਇੱਕ ਪੁੱਤਰ ਹੁੰਦਾ ਹੈ ਜਿਹੜਾ ਮਾਂ ਪਿਓ ਦੀ ਨਾ ਤਾਂ ਵਡਿਆਈ ਵਧਾਵੇ ਤੇ ਨਾ ਘਟਾਵੇ, ਉਹਨੂੰ ਆਪਾਂ ਆਮ ਪੁੱਤਰ ਕਹਿ ਦਿੰਦੇ ਆ। ਇੱਕ ਕੁਪੁੱਤਰ ਹੁੰਦਾ ਹੈ ਜਿਹੜਾ ਮਾਂ ਪਿਓ ਦੀ ਕੀਤੀ ਕਰਾਈ ਵੀ ਗਵਾ ਦੇ, ਤੇ ਸੁਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਮਾਂ ਪਿਓ ਦਾ ਨਾਮ ਵਧਾ ਦੇ। ਤੇ ਕਲਿਆਣ ਦਾਸ ਜੀ ਕਹਿਣ ਲੱਗੇ ਵੀ ਇੱਕ ਸੁਪੁੱਤਰ ਹੁੰਦੇ ਨੇ ਜਿਹੜੇ ਧਨ ਦੀ ਕਮਾਈ ਕਰਦੇ ਹਨ। ਪਾਵਤ ਸੋਜਸ ਆਨਨ ਕੇਤੂ, ਜਦੋਂ ਮਾਇਆ ਲੈ ਕੇ ਘਰ ਦੇ ਵਿੱਚ ਆਉਂਦੇ ਉਹਨਾਂ ਨੂੰ ਬੜੇ ਜਸ ਦੀ ਬੜੇ ਮਾਣ ਦੀ ਪ੍ਰਾਪਤੀ ਹੁੰਦੀ ਹੈ। ਸੁਧ ਮੂਲ ਨ ਭੂਲ ਕਰੀ ਕਬਹੂ, ਪਰ ਤੂੰ ਤਾਂ ਆਪਣੇ ਮਨ ਦੇ ਅੰਦਰ ਕਦੇ ਭੁੱਲ ਕੇ ਵੀ ਧਨ ਦੀ ਫਿਕਰ ਨਹੀਂ ਕੀਤੀ, ਮਾਇਆ ਦੀ ਫਿਕਰ ਨਹੀਂ ਕੀਤੀ। ਮੁਝ ਤੇ ਪ੍ਰਤਕੂਲ ਰਹਿਓ ਅਨਚੇਤੂ, ਇਹ ਪੁੱਤਰ ਤੂੰ ਸਦਾ ਮੇਰੇ ਤੋਂ ਨਾ ਅਚੇਤ ਹੀ ਬਿਨਾ ਬੇਸਮਝਾਈ ਤੂੰ ਸਦਾ ਹੀ ਮੇਰੇ ਤੋਂ ਪ੍ਰਤੀਕੂਲ ਰਹੇ ਹੈ, ਭਾਵ ਮੇਰੇ ਤੋਂ ਉਲਟ ਰਹੇ ਹੈ। ਮੈਂ ਬੜਾ ਤੈਨੂੰ ਸਮਝਾਇਆ ਪਰ ਮੇਰੇ ਕਦੇ ਤੂੰ ਆਖੇ ਨਹੀਂ ਲੱਗਿਆ। ਕਾਲ ਵਿਸਾਲ ਬਿਤਿਓ ਕ੍ਰਿਤ, ਇੱਥੇ ਕੰਮਕਾਰ ਕਰਦਿਆਂ ਮੋਦੀ ਖਾਨੇ ਦੇ ਅੰਦਰ ਬਹੁਤਾ ਸਮਾਂ ਤੈਨੂੰ ਬਤੀਤ ਹੋ ਗਿਆ ਹੈ। ਮੋਦੀ ਮੈਂ ਇੱਕ ਵਿਰਾਟ ਟਿਕਾ ਪਿਆ ਨਾ ਖਟਾਈ, ਇੱਥੇ ਤੂੰ ਇੱਕ ਕੌਡੀ ਵੀ ਹਲੇ ਤੱਕ ਕਮਾਈ ਨਹੀਂ ਕੀਤੀ, ਇੱਕ ਕੋਡੀ ਵੀ ਆਪਣੇ ਪਾਸ ਬਚਾ ਕਰਕੇ ਨਹੀਂ ਰੱਖੀ। ਮੋਸੋ ਕਿਓ ਬਹੁ ਰੋਸਤ ਥੈ ਟੇਗਾ, ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਮੇਰੇ ਨਾਲ ਵੀ ਬੜਾ ਗੁੱਸਾ ਕੀਤਾ। ਆਪਣੇ ਪੁੱਤਰ ਦੇ ਉੱਤੇ ਤਾਂ ਗੁੱਸੇ ਸਨ ਵੀ ਉਹਨਾਂ ਨੇ ਇੱਕ ਕੌਡੀ ਨਹੀਂ ਸੰਭਾਲ ਕੇ ਰੱਖੀ, ਤੇ ਮੇਰੇ ਨਾਲ ਵੀ ਉਹ ਗੁੱਸਾ ਹੋਣ ਲੱਗ ਪਏ ਹਨ। ਤੂੰ ਹੀ ਰਹਿ ਧਨ ਦੀਨ ਗਵਾਈ, ਆਖਣ ਲੱਗਾ ਤੂੰ ਇਹਨਾਂ ਦੇ ਪਾਸ ਰਹਿੰਦਾ ਫਿਰ ਵੀ ਇਹਨਾਂ ਨੇ ਧਨ ਗਵਾ ਦਿੱਤਾ, ਤੂੰ ਸਮਝਾ ਨਹੀਂ ਸਕਿਆ ਵੀ ਥੋੜਾ ਬਾਤਾ ਧਨ ਜਿਹੜਾ ਜੋੜ ਕੇ ਰੱਖ ਲੋ, ਵੀ ਤੂੰ ਵੀ ਇਹਨਾਂ ਦੇ ਨਾਲ ਹੀ ਰਲ ਗਿਆ। ਉਹਨੇ ਧਨ ਗਵਾਇਆ ਤੇ ਤੂੰ ਵੀ ਨਾਲ ਰਲ ਕੇ ਸਾਰਾ ਧਨ ਗਵਾ ਦਿੱਤਾ ਹੈ। ਬਾਰਜ ਲੋਚਨ ਬੰਕ ਬਿਲੋਕ, ਕਹਿੰਦੇ ਹਨ ਜਦੋਂ ਭਾਈ ਬਾਲਾ ਜੀ ਨੂੰ ਕਾਲੂ ਜੀ ਨੇ ਅਜਿਹੇ ਬਚਨ ਆਖੇ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਨੇਤਰਾਂ ਨਾਲ ਇਸ਼ਾਰਾ ਕੀਤਾ ਹੈ। ਮੁਝੇ ਬਰਜਾ ਨਿਜ ਭੋਹੇ ਦਿਖਾਈ, ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਮੈਨੂੰ ਆਪਣੀਆਂ ਭੌਹਾਂ ਦਿਖਾ ਕੇ ਨਾ ਗੁਰੂ ਨਾਨਕ ਸਾਹਿਬ ਨੇ ਵਰਜ ਦਿੱਤਾ ਵੀ ਤੂੰ ਨਹੀਂ ਕੁਝ ਬੋਲਣਾ। ਖੀਜ ਹਿਰਦੈ ਦੁਰਬੈਨ ਪਨੈ ਬਹੁ, ਇਸ ਵਕਤ ਕਹਿੰਦੇ ਖਿੱਜ ਕੇ ਆਪਣੇ ਹਿਰਦੇ ਅੰਦਰ ਮਹਿਤਾ ਜੀ ਬੜੇ ਦੁਰਬੈਨ ਮਾੜੇ ਖੋਟੇ ਬੋਲ ਬੋਲਦੇ ਹਨ। ਭੂਸ਼ਣ ਹੋਏ ਰਹੇ ਜਗ ਸਾਈ, ਪਰ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੇ ਸਾਹਮਣੇ ਖਾਮੋਸ਼ ਹੋ ਕਰਕੇ ਖਲੋਤੇ ਹਨ। ਦੋਹਰਾ ਜੋ ਖੋਇਓ ਮਮਤਾਮ ਤੇ ਦੇਵੋ ਅਬਹਿ ਕਮਾਏ, ਕਾਲੂ ਜੀ ਕਹਿਣ ਲੱਗੇ ਪੁੱਤਰ ਜੋ ਕੁਝ ਅੱਜ ਤਾਈਂ ਮੇਰੇ ਘਰ ਵਿੱਚੋਂ ਤੂੰ ਗਵਾਇਆ ਨਾ, ਸਾਰਾ ਕੁਝ ਮੈਨੂੰ ਕਮਾ ਕੇ ਦੇ। ਜਿੰਨਾ ਵੀ ਘਰ ਦਾ ਭਾਂਡਾ, ਜਿੰਨੀ ਮਾਇਆ, ਹੁਣ ਤੱਕ ਜਿੰਨੀ ਦੌਲਤ ਤੂੰ ਗਵਾਈ ਹੈ ਨਾ, ਕਮਾਈ ਕਰਕੇ ਸਾਰਾ ਕੁਝ ਮੈਨੂੰ ਵਾਪਸ ਕਰ ਦੇ। ਹੋ ਆਇਓ ਲੇਵਨ ਕਛੂ ਦੀਨੋ ਸਬੈ ਗਵਾਏ, ਮੈਂ ਤਾਂ ਕੁਝ ਲੈਣ ਵਾਸਤੇ ਆਇਆ ਸੀ ਵੀ ਮੇਰਾ ਪੁੱਤਰ ਦੌਲਤ ਖਾਨ ਦਾ ਮੋਦੀ ਖਾਨਾ ਚਲਾਉਂਦਾ ਹੈ, ਮੋਦੀ ਖਾਨੇ ਦਾ ਮਾਲਕ ਹੈ, ਉਹਦੇ ਕੋਲ ਬੜੀ ਦੌਲਤ ਹੋਵੇਗੀ, ਬੜਾ ਧਨ ਹੋਵੇਗਾ। ਮੈਂ ਤਾਂ ਕੁਝ ਲੈਣ ਵਾਸਤੇ ਆਇਆ ਸੀ, ਪੁੱਤਰ ਤੂੰ ਤਾਂ ਸਾਰਾ ਕੁਝ ਹੀ ਗਵਾ ਦਿੱਤਾ ਹੈ, ਤੇਰੇ ਕੋਲ ਇੱਕ ਕੌਡੀ ਵੀ ਮੈਨੂੰ ਦੇਣ ਵਾਸਤੇ ਨਹੀਂ ਹੈ। ਬੈਸ ਤੁਰਨ ਇਸ ਕੀ ਭਾਈ ਸਮਝਨ ਆਈ ਕੋਏ, ਆਖਣ ਲੱਗੇ ਇਹਦੀ ਉਮਰ ਜਿਹੜੀ ਹੈ ਨਾ ਜਵਾਨੀ ਵਾਲੀ ਹੋ ਗਈ, ਜਵਾਨ ਹੋ ਗਿਆ, ਅਜ ਤਾਈਂ ਇਹਨੂੰ ਸਮਝ ਨਹੀਂ ਆਈ, ਇਹਨੂੰ ਕੁਝ ਪਤਾ ਨਹੀਂ ਲੱਗਿਆ। ਪਾਛਲ ਜੈਸੀ ਮਤ ਰਹੀ ਹਾਨ ਲਾਭ ਸਮਦੋਏ, ਇਹਦੀ ਮਤ ਨਾ ਜਿਵੇਂ ਪਿਛਲੀ ਮਤ ਸੀ ਨਾ ਬਚਪਨ ਵਿੱਚ ਜੋ ਕੁਝ ਆਇਆ ਸਾਰਾ ਕੁਝ ਗਵਾ ਦਿੱਤਾ, ਅੱਜ ਵੀ ਉਦਾਂ ਦੀ ਮਤ ਹੀ ਹੈ ਇਹਦੀ, ਅੱਜ ਵੀ ਉਸੇ ਤਰ੍ਹਾਂ ਦੀ ਸੁਰਤ ਹੈ।
ਲਾਭ ਹਾਨੀ ਨੂੰ ਰੰਚਕ ਮਾਤਰ ਵੀ ਮਨ ਵਿੱਚ ਨਹੀਂ ਵਿਚਾਰਦਾ। ਸਵਈਆ ਧਾਮ ਕੋ ਨਾਹੀ ਸੰਦੇ ਕੋ ਤਨ। ਸੋ ਇਸੇ ਪ੍ਰਕਾਰ ਇਹਨਾਂ ਨੂੰ ਆਪਣੇ ਘਰ ਦਾ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਹੈ। ਹੋਵਤ ਖਾਵਤ ਏਕ ਸੀ ਜੋਰੀ। ਇਹ ਦੋਨੇ ਜਾਣੇ ਨਾ, ਇਹਨਾਂ ਦੀ ਜੋੜੀ ਇੱਕੋ ਜਿਹੀ ਹੈ। ਭਾਵ ਭਾਈ ਬਾਲਾ ਜੀ ਤੇ ਗੁਰੂ ਨਾਨਕ ਸਾਹਿਬ, ਇਹਨਾਂ ਦੀ ਜੋੜੀ ਇੱਕੋ ਜਿਹੀ ਹੈ। ਇੱਥੇ ਬਹਿ ਕੇ ਖਾਂਦੇ ਨੇ ਤੇ ਬਾਕੀ ਸਾਰਾ ਕੁਝ ਗਵਾਈ ਜਾਂਦੇ ਹਨ। ਦੂਜੋ ਜੇ ਹੋਤ ਪਲੋ ਸਮਝਾਵਤ। ਜੇ ਦੂਜਾ ਚੰਗਾ ਹੁੰਦਾ ਤੇ ਉਹ ਸਮਝਾ ਦਿੰਦਾ। ਭਾਵ ਜੇ ਭਾਈ ਬਾਲਾ ਜੀ ਚੰਗੇ ਹੁੰਦੇ ਤੇ ਉਹ ਗੁਰੂ ਨਾਨਕ ਸਾਹਿਬ ਨੂੰ ਸਮਝਾ ਦਿੰਦੇ ਵੀ ਮਾਇਆ ਸੰਭਾਲ ਕੇ ਰੱਖੋ, ਪਰ ਇਹ ਤਾਂ ਦੋਨੇ ਇੱਕੋ ਜਿਹੇ ਹਨ। ਹੈ ਨਾ ਗਮੀ ਤਨ ਕੀ ਮਨ ਥੋਰੀ। ਇਹਨਾਂ ਦੇ ਮਨ ਅੰਦਰ ਥੋੜੀ ਜਿਹੀ ਵੀ ਧਨ ਦੀ ਚਿੰਤਾ ਨਹੀਂ, ਮਾਇਆ ਦਾ ਫਿਕਰ ਨਹੀਂ ਹੈ। ਜੋ ਮਤਵਾਨ ਹੋ ਤੋ ਕੋ ਮਾਨਵ। ਜੇਕਰ ਇਹਨਾਂ ਵਿੱਚੋਂ ਕੋਈ ਚੰਗਾ ਸਿਆਣਾ ਪੁਰਸ਼ ਹੁੰਦਾ, ਕਾਰ ਇਸੇ ਮੈਂ ਲੈ ਧਨ ਜੋਰੀ। ਜੇ ਮੇਰਾ ਪੁੱਤਰ ਚੰਗਾ ਨਹੀਂ ਸੀ, ਜੇ ਇਹਨੂੰ ਸੋਝੀ ਨਹੀਂ ਸੀ, ਇਹਦੇ ਕੋਲੋਂ ਧਨ ਲੈ ਕੇ ਸੰਭਾਲ ਲੈਂਦਾ ਵੀ ਚਲੋ ਇਹਨਾਂ ਨੂੰ ਨਹੀਂ ਪਤਾ ਵੀ ਮੈਂ ਹੀ ਮਾਇਆ ਇਕੱਠੀ ਕਰਕੇ ਸੰਭਾਲ ਕੇ ਆਪਣੇ ਪਾਸ ਰੱਖ ਲਵਾਂ। ਹੋਏ ਬਿਹਾ ਤੇ ਕਿਆ ਖਰਚਾ ਤਬ। ਤੇ ਜਦੋਂ ਹੁਣ ਮੇਰੇ ਪੁੱਤਰ ਦਾ ਵਿਆਹ ਹੋਵੇਗਾ ਤੇ ਫਿਰ ਖਰਚਾ ਕਿੱਥੋਂ ਕੀਤਾ ਜਾਵੇਗਾ। ਚਾਹੇਗਾ ਆਪ ਕਮਾਈ ਜੋ ਮੋਰੀ। ਫਿਰ ਵਿਆਹ ਵੇਲੇ ਤਾਂ ਇਹੀ ਚਾਹੇਗਾ ਨਾ ਵੀ ਜੋ ਮੈਂ ਕਮਾਇਆ ਮੈਂ ਇਹਦੇ ਵਿਆਹ ਤੇ ਲਾ ਦਿਆਂ। ਫਿਰ ਕੱਲ ਨੂੰ ਘਰ ਦੇ ਵਿੱਚ ਘਰ ਵਾਲੀ ਆਵੇਗੀ ਤੇ ਫਿਰ ਉਹਦਾ ਖਰਚਾ ਵੀ ਫਿਰ ਮੈਨੂੰ ਹੀ ਕਰਨਾ ਪਏਗਾ ਨਾ। ਤੇ ਫਿਰ ਮੈਂ ਨਾਨਕ ਜੀ ਨੂੰ ਆਪਣੇ ਪੱਲਿਓਂ ਸਾਰਾ ਖਰਚਾ ਦੇ ਕੇ ਇਹਨਾਂ ਦਾ ਘਰ ਦਾ ਗੁਜ਼ਾਰਾ ਚਲਾਵਾਂਗਾ। ਏ ਸੁਤ ਬੈਸ ਜੁਵਾ ਧਵ ਪੀ। ਆਖਣ ਲੱਗੇ, ਹੈ ਪੁੱਤਰ ਤੇਰੀ ਉਮਰ ਹੁਣ ਜਵਾਨੀ ਵਾਲੀ ਹੋ ਗਈ ਹੈ। ਅਬ ਸ਼ੋਰ ਫਜ਼ੂਲੀ ਕੋ ਹੋ ਸਿਆਣਾ। ਹੁਣ ਜਿਹੜੀ ਫਜ਼ੂਲ ਖਰਚੀ ਕਰਦਾ ਨਾ, ਇਹ ਛੱਡ ਦੇ, ਥੋੜਾ ਜਿਹਾ ਸਿਆਣਾ ਬਣ ਜਾ। ਪਾਛਲ ਰੀਤ ਤੇ ਹੈ ਵਿਪਰੀਤ। ਜਿਹੜੀ ਪਿਛਲੀ ਤੇਰੀ ਰੀਤ ਸੀ ਨਾ, ਪਿਛਲਾ ਸੁਭਾਅ ਸੀਗਾ, ਉਹ ਸੁਭਾਅ ਜਿਹੜਾ ਉਲਟਾ ਸੀ। ਤੂੰ ਹਮੇਸ਼ਾ ਨੁਕਸਾਨ ਹੀ ਕੀਤਾ, ਕਦੇ ਵੀ ਲਾਭ ਨਹੀਂ ਖੱਟਿਆ। ਕਰੋ ਧਨ ਸੰਚਨ ਜਿਉ ਮਤਵਾਨਾ। ਜਿਵੇਂ ਸਿਆਣੇ ਮਨੁੱਖ ਮਾਇਆ ਇਕੱਠੀ ਕਰਦੇ ਨਾ, ਸਿਆਣੇ ਪੁਰਸ਼ਾਂ ਵਾਂਗੂ ਤੂੰ ਵੀ ਧਨ ਮਾਇਆ ਇਕੱਠੀ ਕਰਨਾ ਕਰ। ਜੇ ਮੁਝ ਦੇਨੇ ਕੋ ਨਹੀਂ ਚਾਹੋ। ਚਲੋ ਜੇ ਤੇਰਾ ਮਨ ਨਹੀਂ ਕਰਦਾ ਵੀ ਤੂੰ ਮੈਨੂੰ ਮਾਇਆ ਨਹੀਂ ਦੇਣਾ ਚਾਹੁੰਦਾ, ਜੇ ਤੂੰ ਚਾਹੁੰਦਾ ਵੀ ਤੂੰ ਆਪਣੀ ਮਾਇਆ ਆਪਣੇ ਪਾਸ ਰੱਖੇ, ਮਨ ਪੂੰਜੀ ਨਿਰਾਲੀ ਰੱਖੋ ਨਿਜ ਥਾਨਾ। ਤੇ ਤੂੰ ਕਮਾਈ ਕਰਕੇ ਨਾ ਤੇ ਆਪਣੀ ਪੂੰਜੀ ਵੱਖਰੀ ਕਰਕੇ ਰੱਖ ਲੈ। ਤੂੰ ਨਾ ਮੈਨੂੰ ਦੇ, ਆਪਣੇ ਕੋਲ ਹੀ ਰੱਖ ਲੈ, ਪਰ ਫਜ਼ੂਲ ਖਰਚੀ ਨਾ ਕਰਿਆ ਕਰ, ਧਨ ਨੂੰ ਵਿਅਰਥ ਨਾ ਗਵਾਇਆ ਕਰ। ਐ ਕਰ ਕਾਰਜ ਨਾਨਾ ਪ੍ਰਕਾਰ ਕੇ। ਕਿਉਂਕਿ ਆ ਘਰ ਦੇ ਅਨੇਕਾਂ ਪ੍ਰਕਾਰਾਂ ਦੇ ਕਾਰ ਵਿਹਾਰ ਹੁੰਦੇ ਹਨ। ਕਿਉ ਨਿਭੈ ਤਨਹੀਨ ਜੇ ਪਾਨਾ। ਤੇ ਜੇ ਹੱਥ ਦੇ ਵਿੱਚ ਧਨ ਨਾ ਹੋਵੇ ਨਾ, ਤੇ ਫਿਰ ਘਰ ਦਾ ਕੋਈ ਕਾਰ ਵਿਹਾਰ ਨਹੀਂ ਨਿਭਦਾ। ਗਰੀਬੀ ਦਾਵੇ ਨਾਲ ਸਮਾਂ ਕੱਟਣਾ ਬੜਾ ਔਖਾ ਹੋ ਜਾਂਦਾ ਹੈ। ਦੋਹਰਾ ਧਨ ਸੰਚਨ ਕੇ ਅਨਕ ਗੁਣ ਵਰਣਨ ਕਰੇ ਸੁਨਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮਾਇਆ ਨੂੰ ਇਕੱਤਰ ਕਰਨ ਦੇ ਅਨੇਕਾਂ ਜਿਹੜੇ ਗੁਣ ਸਨ, ਕਾਲੂ ਜੀ ਨੇ ਉਹ ਸਾਰੇ ਗੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸੁਣਾਏ ਹਨ। ਬਹੁ ਬਿਦ ਬੁੱਧ ਸਮਝਾਵਈ ਰੋਸ ਨਹਿ ਮਨ ਲਿਆਏ। ਆਪਣੇ ਮਨ ਦੇ ਅੰਦਰ ਕਦੇ ਨੇ ਲਿਆ ਕੇ, ਪਿਆਰ ਲਿਆ ਕੇ, ਕਦੀ ਗੁੱਸਾ ਗਿਲਾ ਕਰਕੇ, ਇਸ ਤਰ੍ਹਾਂ ਦੋ ਵਿਧੀਆਂ ਦੇ ਨਾਲ ਮਹਿਤਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਾਉਂਦੇ ਨੇ ਵੀ ਮੇਰਾ ਪੁੱਤਰ ਕਿਸੇ ਤਰ੍ਹਾਂ ਸਮਝ ਜਾਏ ਤੇ ਮਾਇਆ ਇਕੱਠੀ ਕਰ ਲਵੇ। ਸੋਰਠਾ ਬੋਹਰ ਦਿਲਾਸਾ ਦੀਨ ਕਰ ਦੁਲਾਰ ਨਿਜ ਧੁਨ ਜਸੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿਲਾਸਾ ਦੇ ਕੇ ਤੇ ਆਪਣੇ ਪੁੱਤਰ ਨੂੰ ਲਾਡ ਲੜਾ ਕਰਕੇ, ਤਾਮ ਪਿਆਨਾ ਕੀਨ ਜਹਾਂ ਹੁਤੋ ਜੈ ਰਾਮ ਕੋ। ਜਿਸ ਜਗ੍ਹਾ ਤੇ ਭਾਈ ਜੈ ਰਾਮ ਜੀ ਦਾ ਘਰ ਸੀਗਾ, ਉਧਰ ਨੂੰ ਕਾਲੂ ਜੀ ਨੇ ਚਾਲਾ ਪਾ ਦਿੱਤਾ ਹੈ। ਦੋਹਰਾ ਮਿਲਿਓ ਜਾਏ ਕੈ ਨਾਨਕੀ ਮਨ ਕਰ ਅਦਕ ਸਨੇਹ। ਸਾਧ ਸੰਗਤ ਜੀ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਤੋਂ ਬਾਅਦ ਕਾਲੂ ਜੀ ਆਪਣੀ ਬੇਟੀ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਚਲੇ ਗਏ। ਮਨ ਦੇ ਅੰਦਰ ਬੜਾ ਸਨੇਹ ਧਾਰਨ ਕਰਕੇ ਆਪਣੀ ਪੁੱਤਰੀ ਨੂੰ ਮਿਲੇ ਹਨ। ਆਸਨ ਬਸਨ ਆਨਿਓ ਹੁਤੋ ਦਿਓ ਬੈਸ ਕਰ ਗ੍ਰਹਿ। ਜੋ ਕੁਝ ਵੀ ਆਪਣੀ ਬੇਟੀ ਵਾਸਤੇ ਬਸਤਰ, ਭੋਜਨ, ਅਨਾਜ, ਜਿਹੜੀਆਂ ਵਸਤੂਆਂ ਲੈ ਕਰਕੇ ਆਏ ਸਨ,
ਘਰ ਦੇ ਵਿੱਚ ਬਹਿ ਕੇ ਸਾਰਾ ਕੁਝ ਆਪਣੀ ਬੇਟੀ ਨੂੰ ਦਿੱਤਾ ਹੈ। ਸੋਰਠਾ ਆਇਓ ਬੋਹਰ ਜਰਾਮ ਸਾਦਰ ਤੈ ਬੰਧਨ ਕਰੀ। ਇਤਨੇ ਨੂੰ ਭਾਈ ਜੈ ਰਾਮ ਜੀ ਆ ਗਏ। ਉਹਨਾਂ ਨੇ ਬੜੇ ਅਦਬ ਸਤਕਾਰ ਨਾਲ ਕਾਲੂ ਜੀ ਨੂੰ ਨਮਸਕਾਰ ਕੀਤੀ ਹੈ। ਵੈਸੇ ਸਭ ਧਾਮ ਮਿਰਦਾ ਆਮੋਦੇ ਸੰਗ ਭਾਰ। ਸਾਰੇ ਜਾਣੇ ਮਿਲ ਕੇ ਘਰ ਦੇ ਵਿੱਚ ਬਹਿ ਗਏ। ਹਰ ਕਿਸੇ ਦੇ ਮਨ ਦੇ ਅੰਦਰ ਬੜੀ ਪ੍ਰਸੰਨਤਾ ਹੈ। ਬੇਬੇ ਨਾਨਕੀ ਜੀ ਅੰਦਰ ਬੜੀ ਪ੍ਰਸੰਨਤਾ ਕਿ ਪਿਤਾ ਜੀ ਬੜੇ ਲੰਮੇ ਸਮੇਂ ਬਾਅਦ ਘਰ ਦੇ ਵਿੱਚ ਆਏ ਨੇ। ਸਾਰਾ ਪਰਿਵਾਰ ਬੜਾ ਖੁਸ਼ੀ ਨਾਲ ਭਰਿਆ ਹੋਇਆ ਹੈ। ਸ਼ਸ਼ ਬਦਨਾ ਛੰਦ ਮਿਲ ਰਲ ਬੈਸਾ ਕੁਸ਼ਲ ਬੁਜੇਸਾ। ਇਸ ਤਰ੍ਹਾਂ ਸਾਰਾ ਪਰਿਵਾਰ ਕਹਿੰਦੇ ਰਲ ਮਿਲ ਕੇ ਬੈਠਾ ਹੈ। ਇੱਕ ਦੂਜੇ ਨੂੰ ਸੁਖ ਆਨੰਦ ਪੁੱਛਣ ਲੱਗੇ ਹਨ। ਬਚ ਤਬ ਕਾਲੂ ਕਹਿਤ ਉਤਾਲੂ। ਤੇ ਉਸੇ ਵਕਤ ਕਲਿਆਣ ਦਾਸ ਜੀ ਨੇ ਫਿਰ ਇਹ ਬਚਨ ਪੁੱਛੇ ਹਨ। ਸੁਤ ਮਮ ਆਇਓ ਨਹਿ ਸਮਝਾਇਓ। ਆਖਣ ਲੱਗੇ ਵੀ ਮੇਰਾ ਪੁੱਤਰ ਇੱਥੇ ਆਇਆ, ਤੁਸੀਂ ਸਮਝਾਇਆ ਕੋਈ ਨਹੀਂ। ਫਿਰ ਉਹਨਾਂ ਦੀ ਸੁਰਤ ਜਿਹੜੀ ਸੀ ਉਹ ਬਾਰ-ਬਾਰ ਮਾਇਆ ਤੇ ਹੀ ਆਈ ਜਾਏ। ਜਦੋਂ ਗੁਰੂ ਸਾਹਿਬ ਨੂੰ ਮਿਲੇ ਉਥੇ ਵੀ ਗੁੱਸਾ ਗਿਲਾ ਕਰਨ ਵੀ ਤੂੰ ਇੱਕ ਕੌਡੀ ਨਹੀਂ ਰੱਖੀ। ਤੇ ਜਦੋਂ ਬੇਬੇ ਨਾਨਕੀ ਜੀ ਦੇ ਪਾਸ ਆਏ ਤੇ ਉਥੇ ਵੀ ਆ ਕੇ ਆਖਣ ਲੱਗੇ ਵੀ ਤੁਹਾਡੇ ਚੋਂ ਕੋਈ ਵੀ ਸਿਆਣਾ ਨਹੀਂ। ਮੇਰਾ ਪੁੱਤਰ ਇੱਥੇ ਆਇਆ, ਤੁਹਾਡੇ ਚੋਂ ਕਿਸੇ ਨੇ ਵੀ ਸਮਝਾਇਆ ਨਹੀਂ ਹੈ। ਕਰਤ ਕੁਕਾਰਾ ਸਦਨ ਉਜਾਰਾ। ਉਹ ਹਮੇਸ਼ਾ ਮਾੜੇ ਕੰਮ ਹੀ ਕਰਦਾ ਹੈ। ਮਾੜੇ ਕੰਮ ਕਰਦਿਆਂ ਕਰਦਿਆਂ ਮੇਰਾ ਘਰ ਹੀ ਉਜਾੜ ਦਿੱਤਾ ਹੈ। ਸੁਧ ਨੈ ਲੀਨੋ ਤੁਮ ਕਿਆ ਕੀਨੋ। ਕੀ ਤੁਸੀਂ ਉਹਦੀ ਕਦੇ ਖਬਰਸਾਰ ਨਹੀਂ ਲਈ ਵੀ ਉਹ ਕੀ ਕੁਝ ਕਰਦਾ ਹੈ? ਤੁਮ ਕਿਆ ਕੀਨੋ, ਤੁਸਾਂ ਨੇ ਕੀ ਕੀਤਾ ਹੈ? ਉਹਨੂੰ ਇੱਥੇ ਲੈ ਕੇ ਆਇਓ, ਘੱਟੋ ਘੱਟ ਸਮਝਾਤਾ ਦਿੰਦੇ। ਸੁਰਤ ਬਿਸਾਰਾ ਕਿਆ ਧਨ ਡਾਰਾ। ਮੇਰੇ ਪੁੱਤਰ ਨੇ ਆਪਣੀ ਨਾ ਸੋਝੀ ਭੁਲਾ ਦਿੱਤੀ ਹੈ ਤੇ ਜਿੰਨਾ ਵੀ ਧਨ ਸੀ ਉਹ ਕਿੱਥੇ ਜਾ ਕੇ ਸੁੱਟਿਆ? ਕਦੇ ਤੁਸੀਂ ਪੁੱਛਿਆ ਉਹਨੂੰ? ਮੈਂ ਪੁੱਛਿਆ ਵੀ ਕਿੰਨੀ ਕੁ ਕਮਾਈ ਹੈ? ਉਹਨਾਂ ਆਖਿਆ ਵੀ ਕਮਾਈ ਤਾਂ ਬੜੀ ਹੈ। ਤੇ ਪੁੱਛਿਆ ਫਿਰ ਪੁੱਤਰ ਕਿੱਥੇ ਹੈ ਧਨ? ਕਹਿੰਦੇ ਜੀ ਜਿੰਨਾ ਖਰਚਾ, ਜਿੰਨੀ ਆਮਦਨ ਹੈ ਉਨਾ ਹੀ ਖਰਚਾ ਹੈ। ਤੇ ਤੁਸਾਂ ਕਦੇ ਜਾ ਕੇ ਪੁੱਛਿਆ ਵੀ ਉਹਦਾ ਖਰਚਾ ਕਿੱਥੇ ਹੁੰਦਾ? ਵੀ ਕੱਲਾ ਤਾਂ ਜਾਣਾ ਹੈ ਤੇ ਇੰਨੀ ਮਾਇਆ ਕਿੱਥੇ ਉਹ ਖਰਚ ਕਰ ਦਿੰਦਾ ਹੈ। ਨਿਹਨ ਬੇਵਾਹਾ ਚਿਤ ਮੈਂ ਚਾਹਾ। ਮੇਰੇ ਚਿੱਤ ਦੇ ਅੰਦਰ ਬੜੀ ਚਾਹਨਾ ਸੀ ਮੈਂ ਆਪਣੇ ਪੁੱਤਰ ਦਾ ਵਿਆਹ ਕਰਾਂਗਾ ਜਦੋਂ ਉਹਦੇ ਕੋਲ ਬਹੁਤੀ ਮਾਇਆ ਹੋ ਜਾਏਗੀ, ਪਰ ਅਜੇ ਤਾਈਂ ਉਹਦਾ ਵਿਆਹ ਨਹੀਂ ਹੋਇਆ ਤੇ ਉਹਦੇ ਕੋਲ ਇੱਕ ਵੀ ਕੌਡੀ ਨਹੀਂ ਹੈ। ਧਨ ਨੇ ਖੋਵੈ ਅਸ ਬਿਦ ਹੋਵੈ। ਮੈਂ ਤਾਂ ਇਹ ਸੋਚਦਾ ਸੀ ਉਹ ਧਨ ਗਵਾਏਗਾ ਨਹੀਂ, ਸੰਭਾਲ ਕੇ ਰੱਖੇਗਾ, ਇਸੇ ਤਰ੍ਹਾਂ ਹੀ ਹੋਵੇਗਾ। ਕਰ ਰਖਵਾਰੀ ਨਿਤ ਸੁਧਕਾਰੀ। ਹੁਣ ਤੁਸੀਂ ਇੱਥੇ ਰਖਵਾਲੀ ਉਹਦੀ ਕਰਦੇ, ਨਿਤ ਹੀ ਜਾ ਕਰਕੇ ਉਹਦੀ ਖਬਰਸਾਰ ਲੈਂਦੇ ਵੀ ਮਾਇਆ ਕਿੰਨੀ ਆਉਂਦੀ ਹੈ, ਕਿੱਧਰ ਜਾਂਦੀ ਹੈ। ਬਹੁਤ ਧਨ ਆਵੈ ਕਿਸ ਬਿਦ ਜਾਵੈ। ਮੈਨੂੰ ਇੰਨਾ ਦੱਸ ਦਿਓ ਵੀ ਇੰਨਾ ਜ਼ਿਆਦਾ ਧਨ ਜਿਹੜਾ ਗੁਰੂ ਨਾਨਕ ਸਾਹਿਬ ਕੋਲ ਆਉਂਦਾ ਪਰ ਜਾਂਦਾ ਕਿਹੜੇ ਪਾਸੇ ਹੈ। ਭੁਜੰਗ ਛੰਦ ਕਹੈ ਨਾਨਕੀ ਬੈਨ ਤਾਤੰ ਸੁਨੀਜੈ। ਇਹ ਬਚਨ ਸੁਣ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ ਪਿਤਾ ਜੀ ਮੇਰੇ ਬਚਨ ਆਪ ਧਿਆਨ ਦੇ ਨਾਲ ਸੁਣ ਲਵੋ। ਲੱਗਿਓ ਘਰ ਪ੍ਰਾਤਾ ਭਲੇ ਹੀ ਜਨੀਜੈ। ਭਲੇ ਹੀ ਤੁਸੀਂ ਮਨ ਵਿੱਚ ਇਹ ਗੱਲ ਜਾਣ ਲਓ ਕਿ ਮੇਰਾ ਭਰਾ ਆਪਣੀ ਕਿਰਤ ਵਿਰਤ ਕਰਨ ਲੱਗ ਪਿਆ ਹੈ। ਹੁਵੈ ਹੈ ਕਿਤ ਥਾਏ ਵੈਸੇ ਸਗਾਈ। ਤੇ ਰਹੀ ਗੱਲ ਸਗਾਈ ਦੀ, ਉਹਨਾਂ ਦੀ ਸਗਾਈ ਤਾਂ ਵੈਸੇ ਹੀ ਕਿਸੇ ਥਾਂ ਤੇ ਹੋ ਜਾਣੀ ਹੈ ਵੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਉਹਨਾਂ ਕੋਲ ਮਾਇਆ ਹੋਵੇ ਜਾਂ ਨਾ ਹੋਵੇ, ਉਹਨਾਂ ਦੀ ਸਗਾਈ ਆਪੇ ਕਿਸੇ ਨਾ ਕਿਸੇ ਥਾਂ ਤੇ ਪਰਮੇਸ਼ਰ ਨੇ ਕਰ ਦੇਣੀ ਹੈ। ਉਦਾਸੀਨ ਜਾਂ ਕੋ ਲਖੀਜੈ ਸੁਬਾਈ। ਤੇ ਮੇਰੇ ਭਰਾ ਦਾ ਜਿਹੜਾ ਸੁਭਾਅ ਹੈ ਨਾ ਉਦਾਸੀਨ ਸੁਭਾਅ ਹੈ, ਭਾਵ ਕਿ ਉਦਾਸੀ ਵਿੱਚ ਰਹਿੰਦਾ ਹੈ। ਇੱਥੇ ਉਦਾਸੀ ਦਾ ਭਾਵ ਇਹ ਨਹੀਂ ਹੁੰਦਾ ਕਿ ਜਿਵੇਂ ਅੱਜ ਕੱਲ ਲੋਕ ਡਿਪਰੈਸ਼ਨ ਦੇ ਵਿੱਚ ਆ ਕੇ ਉਦਾਸ ਹੋ ਜਾਂਦੇ ਨਾ, ਮਨ 'ਚ ਸੋਗ ਪੈਦਾ ਹੋ ਜਾਂਦਾ, ਇਹ ਉਹ ਉਦਾਸੀ ਨਹੀਂ। ਇਹ ਉਦਾਸੀ ਇਦਾਂ ਦੀ ਉਦਾਸੀ ਹੈ ਜਿਹਦੇ ਵਿੱਚ ਆਨੰਦ ਹੀ ਆਨੰਦ ਹੁੰਦਾ ਹੈ। ਬੰਦਾ ਜਦੋਂ ਉਦਾਸ ਹੁੰਦਾ ਨਾ ਚਿਹਰਾ ਮੁਰਝਾ ਜਾਂਦਾ ਹੈ, ਅੰਦਰ ਕਈ ਪ੍ਰਕਾਰ ਦੇ ਵਿਚਾਰ ਚੱਲਦੇ ਨੇ, ਅੰਦਰੋਂ ਬੰਦਾ ਟੁੱਟ ਜਾਂਦਾ ਹੈ। ਸੰਸਾਰ ਦੀ ਉਦਾਸੀ ਇਦਾਂ ਦੀ ਹੁੰਦੀ ਹੈ, ਪਰ ਜਿਹੜੀ ਉਦਾਸੀ ਭਗਤਾਂ ਦੇ ਹਿਰਦੇ ਵਿੱਚ ਹੁੰਦੀ ਆ ਉਹ ਸੰਸਾਰ ਦੇ ਪਦਾਰਥਾਂ ਦੇ ਵੱਲੋਂ ਉਦਾਸ ਹੋ ਕੇ ਨਿਰੰਕਾਰ ਦੇ ਨਾਲ ਜੁੜ ਜਾਂਦੇ। ਤੇ ਜਿਹੜੇ ਨਿਰੰਕਾਰ ਨਾਲ ਜੁੜੇ ਹੁੰਦੇ ਨੇ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਕਦੇ ਭਗਤਾਂ ਦੇ ਚਿਹਰੇ ਤੇ ਤੁਹਾਨੂੰ ਉਦਾਸੀ ਨਹੀਂ ਦਿਖਾਈ ਦੇਵੇਗੀ। ਭਾਵੇਂ ਉਦਾਸ ਨੇ ਪਰ ਚਿਹਰੇ ਤੇ ਹਮੇਸ਼ਾ ਖੜਾ ਰਹਿੰਦਾ ਹੈ, ਹਿਰਦੇ ਵਿੱਚ ਖੜਾ ਰਹਿੰਦਾ ਹੈ, ਮਨ ਖਿੜਿਆ ਰਹਿੰਦਾ ਹੈ, ਕਿਉਂਕਿ ਉਹ ਸੰਸਾਰ ਦੀ ਮਾਇਆ ਵੱਲੋਂ ਪਦਾਰਥਾਂ ਵੱਲੋਂ ਉਦਾਸ ਹੋ ਜਾਂਦੇ ਨੇ।
ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਸੇ ਕਰਕੇ ਲਿਖਦੇ ਨਾ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜਿਹੜੇ ਜੋਗੀ ਉਹ ਅੰਦਰੋਂ ਜਾਗਦੇ ਪਰਮੇਸ਼ਰ ਨਾਲ ਜੁੜੇ ਹੋਏ, ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਉਦਾਸ ਹੋ ਕਰਕੇ ਰਹਿੰਦੇ ਹਨ। ਭਗਤਾਂ ਦੀ ਲਿਵ ਪਰਮੇਸ਼ਰ ਨਾਲ ਜੁੜੀ ਹੈ ਤੇ ਮਾਇਆ ਵੱਲੋਂ ਉਹ ਉਦਾਸ ਰਹਿੰਦੇ, ਅੰਦਰੋਂ ਖਿੜੇ ਰਹਿੰਦੇ ਹਨ। ਤੇ ਬੇਬੇ ਨਾਨਕੀ ਜੀ ਆਖਣ ਲੱਗੇ, ਪਿਤਾ ਜੀ ਮੇਰੇ ਭਰਾ ਦਾ ਸੁਭਾਅ ਜਿਹੜਾ ਉਦਾਸ ਜਾਣੋ, ਇਹ ਮਾਇਆ ਤੋਂ ਸਦਾ ਉਦਾਸ ਰਹਿੰਦਾ ਹੈ। ਇਹ ਆਨ ਤੇਰੋ ਕਛੂ ਨਾਹੀ ਕੋਈ। ਪਿਤਾ ਜੀ ਇੱਥੇ ਆ ਕਰਕੇ ਮੇਰੇ ਭਰਾ ਨੇ ਤੁਹਾਡਾ ਕੁਝ ਨਹੀਂ ਵਿਗਾੜਿਆ। ਮੰਨਿਆ ਵੀ ਉੱਥੇ ਰਹਿੰਦੇ ਸੀ, ਘਰ ਦੇ ਵਿੱਚ ਕਿਤੇ ਨਾ ਕਿਤੇ ਕੁਝ ਉਜਾੜਾ ਜ਼ਰੂਰ ਕਰ ਦਿੰਦੇ ਸਨ, ਪਰ ਜਦੋਂ ਦੇ ਸੁਲਤਾਨਪੁਰੇ ਆਏ ਨੇ ਉਦੋਂ ਦਾ ਇਹਨਾਂ ਨੇ ਤੁਹਾਡੇ ਘਰ ਦਾ ਨੁਕਸਾਨ ਨਹੀਂ ਕੀਤਾ। ਸਵਾਰੈ ਵਿਗਾਰੈ ਨਿਜੰਕਾਰ ਸੋਈ। ਇੱਥੇ ਉਹ ਕੁਝ ਗਵਾਉਂਦੇ ਨੇ, ਕੁਝ ਕਮਾਉਂਦੇ ਨੇ, ਉਹਨਾਂ ਦੀ ਆਪਣੀ ਕਾਰ ਹੈ, ਆਪਣਾ ਕੰਮ ਹੈ। ਭਾਵੇਂ ਕੁਝ ਵਿਗਾੜਨ, ਭਾਵੇਂ ਕੁਝ ਸਵਾਰਨ, ਤੁਸੀਂ ਚਿੰਤਾ ਕਿਉਂ ਕਰਦੇ ਹੋ? ਭਨੇ ਬੈਨ ਜੈ ਰਾਮ ਤਾਸੋ ਸੁਨਾਈ। ਇਹ ਬਚਨ ਸੁਣ ਕੇ ਭਾਈ ਜੈ ਰਾਮ ਜੀ ਨੇ ਵੀ ਪਿਤਾ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਭਇਓ ਹੈ ਅਬੈ ਸੋ ਦਇਆ ਕੀ ਸਗਾਈ। ਆਖਣ ਲੱਗੇ ਹੁਣ ਗੁਰੂ ਨਾਨਕ ਸਾਹਿਬ ਜੀ ਵਿਆਹਣ ਦੇ ਯੋਗ ਹੋ ਗਏ ਨੇ ਤੇ ਕਿਸੇ ਥਾਂ ਤੇ ਆਪਾਂ ਉਹਨਾਂ ਦੀ ਸਗਾਈ ਕਰ ਦਿੰਦੇ ਹਾਂ। ਦੋਹਰਾ ਹਰ ਕਿਉ ਕਾਲੂ ਕਹਿਤ ਪੁਨ ਹੋਏ ਭਲੀ ਜੈ ਠੌਰਾ। ਇਹ ਬਚਨ ਸੁਣ ਕੇ ਕਾਲੂ ਜੀ ਬੜੇ ਪ੍ਰਸੰਨ ਹੋ ਗਏ। ਆਖਣ ਲੱਗੇ ਪੁੱਤਰ ਕੋਈ ਚੰਗੀ ਥਾਂ ਹੋਵੇ, ਕੋਈ ਚੰਗੀ ਭਲੀ ਜਗ੍ਹਾ ਹੋਵੇ, ਉਸ ਜਗ੍ਹਾ ਨੂੰ ਵੇਖ ਕੇ ਮੇਰੇ ਪੁੱਤਰ ਦੀ ਸਗਾਈ ਕਰ ਦਿਓ। ਦੇਖ ਜਾ ਰਾਮ ਕਰੀ ਜੀਏ ਖੱਤਰੀ ਹੈ ਤਨ ਗੋਰਾ। ਜੇ ਰਾਮ ਜੀ ਕੋਈ ਖੱਤਰੀ ਹੋਵੇ, ਚੰਗਾ ਪਰਿਵਾਰ ਹੋਵੇ, ਬਹੁਤੇ ਧਨ ਵਾਲਾ ਹੋਵੇ, ਉਹਦੇ ਘਰ ਦੇ ਵਿੱਚ ਮੇਰੇ ਪੁੱਤਰ ਦੀ ਸਗਾਈ ਕਰ ਦਿਓ। ਕਬਿਤ ਭਾਖਤ ਜੈ ਰਾਮ ਚੋਨ ਗੋਤ ਮੂਲਾ ਨਾਮ ਤੇ। ਇਹ ਬਚਨ ਸੁਣ ਕੇ ਭਾਈ ਜੈ ਰਾਮ ਜੀ ਕਹਿਣ ਲੱਗੇ ਵੀ ਇੱਕ ਪਰਿਵਾਰ ਮੈਂ ਢੂੰਡਿਆ ਹੈ, ਚੌਣਾ ਉਹਨਾਂ ਦੀ ਗੋਤ ਹੈ ਤੇ ਨਾਮ ਉਹਨਾਂ ਦਾ ਭਾਈ ਮੂਲ ਚੰਦ ਹੈ, ਤੇ ਸੁਣਿਆ ਉਹਨਾਂ ਦੇ ਘਰ ਦੇ ਵਿੱਚ ਇੱਕ ਬੇਟੀ ਹੈ। ਤੁਨ ਜਾ ਹੈ ਧਾਮ ਸੋ ਰੰਦਾਵੇ ਪਟਵਾਰੀਆ। ਉਹ ਰੰਧਾਵਿਆਂ ਦਾ ਪਟਵਾਰੀ ਹੈ, ਉਹਦੇ ਘਰ ਦੇ ਵਿੱਚ ਬੇਟੀ ਹੈ ਤੇ ਉਥੇ ਮੈਂ ਗੁਰੂ ਨਾਨਕ ਸਾਹਿਬ ਦੀ ਸਗਾਈ ਕਰ ਦਿੰਦਾ ਹਾਂ। ਭਲੋ ਹੈ ਟਿਕਾਣੋ ਚਾਹੇ ਕੀਨ ਮੈਂ ਖਜ਼ਾਨਾ। ਮੈਨੂੰ ਇਹ ਜਿਹੜਾ ਟਿਕਾਣਾ ਬੜਾ ਚੰਗਾ ਲੱਗਿਆ ਹੈ। ਮੈਂ ਚਾਹੁੰਦਾ ਵੀ ਇੱਕ ਵਾਰ ਮੈਂ ਚੰਗੀ ਤਰ੍ਹਾਂ ਪਰਿਵਾਰ ਦੀ ਖੋਜ ਕਰ ਲਵਾਂ, ਢੂੰਡ ਕਰ ਲਵਾਂ। ਜਨ ਹੋਏ ਸੰਬੰਧ ਸੁਖ ਸਾਨੂੰ ਸੋ ਨਿਹਾਰੀਆ। ਇਸ ਗੱਲ ਨੂੰ ਮੈਂ ਜਾਣਿਆ, ਵਿਚਾਰਿਆ, ਦੇਖਿਆ ਕਿ ਉੱਥੇ ਸਾਡਾ ਸੰਬੰਧ ਚੰਗਾ ਜੁੜ ਜਾਵੇਗਾ। ਤੁਸੀਂ ਵੀ ਪਟਵਾਰੀ ਹੋ, ਭਾਈ ਮੂਲ ਚੰਦ ਵੀ ਪਟਵਾਰੀ ਨੇ, ਤੇ ਆਪਣਾ ਸੰਬੰਧ ਉਥੇ ਜ਼ਰੂਰ ਜੁੜ ਜਾਏਗਾ। ਮੋਰ ਤੋਰ ਏਕ ਲਾਜ ਜਾਣੇ ਜੈਸੇ ਕੋਰ ਕਾਜ। ਪਿਤਾ ਜੀ ਆਖਣ ਲੱਗੇ ਪੁੱਤਰ ਮੇਰੀ ਤੇ ਤੇਰੀ ਇੱਕੋ ਹੀ ਲਾਜ, ਇੱਕੋ ਹੀ ਇੱਜ਼ਤ ਹੈ। ਜਾਣੈ ਜੈਸੇ ਕਰੋ ਕਾਜ, ਤੇ ਆਪਣੀ ਇੱਜ਼ਤ ਇੱਕ ਜਿਹੀ ਸਮਝ ਕੇ ਨਾ, ਜਿਵੇਂ ਤੁਸੀਂ ਜਾਣਦੇ ਉਸੇ ਤਰ੍ਹਾਂ ਹੀ ਇਹ ਜਿਹੜਾ ਕਾਰਜ ਕਰ ਲਵੋ। ਆਪ ਤੂੰ ਸਿਆਣੋ ਬੈਨ ਕਾਲੂ ਉਚਾਰੀਆ। ਕਾਲੂ ਜੀ ਕਹਿੰਦੇ ਤੁਸੀਂ ਆਪ ਬੜੇ ਸਿਆਣੇ ਹੋ, ਜੋ ਕੁਝ ਕਰਨਾ ਸਭ ਕੁਝ ਸੋਚ ਸਮਝ ਕੇ ਕਰ ਲਿਓ। ਜੈਸੇ ਸੁਖਤ ਨੀਆ ਕੋ ਸੀਤਲ ਸੁਨੈਣ ਮੇਰੇ। ਇਸ ਪ੍ਰਕਾਰ ਮੇਰੀ ਬੇਟੀ ਤੁਹਾਡੇ ਘਰ ਵਿੱਚ ਸੁਖੀ ਵਸਦੀ ਹੈ, ਹਰ ਪ੍ਰਕਾਰ ਦੇ ਸੁੱਖ ਉਹਦੇ ਪਾਸ ਹਨ, ਤੁਸੀਂ ਵੀ ਖੁਸ਼ ਹੋ ਤੇ ਮੇਰੀ ਬੇਟੀ ਵੀ ਤੁਹਾਡੇ ਘਰ ਵਿੱਚ ਪ੍ਰਸੰਨ ਰਹਿੰਦੀ ਹੈ। ਤੈਸੇ ਪਿਖੋ ਨਾਨਕ ਕੋ ਲਾਲਸਾ ਹਮਾਰੀਆ। ਮੇਰੇ ਮਨ ਦੇ ਵਿੱਚ ਇਹ ਲਾਲਸਾ ਹੈ ਕਿ ਮੈਂ ਇਸੇ ਤਰ੍ਹਾਂ ਆਪਣੇ ਪੁੱਤਰ ਨਾਨਕ ਨੂੰ ਵੀ ਵੇਖਾਂ। ਇੱਕ ਚੰਗੀ ਨੂੰਹ ਸਾਡੇ ਘਰ ਦੇ ਵਿੱਚ ਆਵੇ, ਜਿਹਦਾ ਕੋਮਲ ਚੰਗਾ ਸੁਭਾਅ ਹੋਵੇ, ਮੇਰੀ ਬੇਟੀ ਵਾਂਗੂ ਉਹ ਸੁਖੀ ਵਸੇ। ਇਸ ਤਰ੍ਹਾਂ ਦਾ ਕੋਈ ਚੰਗਾ ਪਰਿਵਾਰ ਜ਼ਰੂਰ ਲੱਭ ਲੈਣਾ। ਦੋਹਰਾ ਤੁਮ ਕਾਲੂ ਮਮ ਪਿਤਾ ਸਮ ਰਹੋ ਇਹਾਂ ਕਰ ਤਾਮ। ਇਹ ਬਚਨ ਸੁਣ ਕਰਕੇ ਭਾਈ ਜੈ ਰਾਮ ਜੀ ਕਹਿਣ ਲੱਗੇ ਪਿਤਾ ਜੀ ਤੁਸੀਂ ਮੇਰੇ ਪਿਤਾ ਦੇ ਸਮਾਨ ਹੋ। ਭਾਵੇਂ ਸੰਸਾਰਕ ਰਿਸ਼ਤੇ ਵਿੱਚ ਸਹੁਰਾ ਜੀ ਲੱਗਦੇ ਹੋ, ਪਰ ਹੈ ਤੁਸੀਂ ਮੇਰੇ ਪਿਤਾ ਸਮਾਨ। ਆਪ ਜੀ ਕਿਰਪਾ ਕਰਕੇ ਨਾ ਸੁਲਤਾਨਪੁਰੇ ਇੱਥੇ ਹੀ ਆ ਕੇ ਵਸ ਜਾਓ, ਇੱਥੇ ਆਪਣਾ ਘਰ ਬਣਾ ਲਵੋ। ਨਾਨਕ ਜਨਨੀ ਆਨ ਹੋ ਭਾਖੇ ਬੈਨ ਜਾ ਰਾਮ। ਭਾਈ ਜੈ ਰਾਮ ਜੀ ਕਹਿੰਦੇ ਜਾ ਕਰਕੇ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਤ੍ਰਿਪਤਾ ਜੀ ਨੂੰ ਵੀ ਇੱਥੇ ਹੀ ਲੈ ਆਓ। ਮੈਂ ਚਾਹੁੰਦਾ ਵੀ ਤੁਸੀਂ ਆਪਣਾ ਸਾਰਾ ਪਰਿਵਾਰ ਲੈ ਕੇ ਸੁਲਤਾਨਪੁਰੇ ਵਸ ਜਾਓ। ਕਬਿਤ ਕਾਲੂ ਭਨੇ ਬੈਨ ਬਹੁ ਕਾਲ ਹੋ ਕੋ ਐਨ ਮੇਰਾ। ਇਹ ਬਚਨ ਸੁਣ ਕੇ ਕਾਲੂ ਜੀ ਕਹਿਣ ਲੱਗੇ ਪੁੱਤਰ
ਤਲਵੰਡੀ ਨਗਰ ਵਿੱਚ ਅਸੀਂ ਬੜੇ ਲੰਮੇ ਸਮੇਂ ਤੋਂ ਰਹਿੰਦੇ ਆ। ਮੇਰਾ ਉਸ ਜਗ੍ਹਾ ਤੇ ਬੜਾ ਪੁਰਾਣਾ ਘਰ ਹੈ। ਕੋ ਦੁੱਖ ਹੈ ਨਾ ਸੁਖ ਚੈਨ ਸੋ ਬਸਤ ਹੋ। ਮੈਨੂੰ ਉੱਥੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਬੜੇ ਚੈਨ ਸੁਖ ਦੇ ਨਾਲ ਮੈਂ ਉੱਥੇ ਰਹਿੰਦਾ ਹਾਂ। ਕਾਰ ਪਟਵਾਰੀ ਤਹਾਂ ਦੀਨੀ ਰਾਏ ਸਾਰੀ। ਰਾਏ ਬੁਲਾਰ ਜੀ ਦੇ ਅਧੀਨ ਜਿੰਨੇ ਵੀ ਪਿੰਡ ਨਗਰ ਆਉਂਦੇ ਨੇ, ਉਹਨਾਂ ਸਾਰੇ ਨਗਰਾਂ ਦੀ ਉਹਨਾਂ ਨੇ ਕਾਰ ਮੈਨੂੰ ਦਿੱਤੀ ਹੋਈ ਹੈ। ਮੈਂ ਸਾਰੇ ਨਗਰਾਂ ਦਾ ਪਟਵਾਰੀ ਹਾਂ। ਮਮ ਲੋਕ ਅਨੁਸਾਰੀ ਪੁੰਨ ਕੈਸੇ ਨਾ ਤਜਤ ਹੋ। ਉਥੋਂ ਦੇ ਸਾਰੇ ਲੋਕ ਮੇਰੇ ਅਨੁਸਾਰ ਚੱਲਦੇ, ਮੇਰਾ ਹੁਕਮ ਮੰਨਦੇ ਨੇ। ਤੇ ਕਿਵੇਂ ਮੈਂ ਆਪਣੇ ਨਗਰ ਨੂੰ ਛੱਡ ਦਿਆਂ ਜਿੱਥੇ ਮੈਂ ਇੰਨੇ ਸਾਲਾਂ ਤੋਂ ਰਹਿੰਦਾ ਹਾਂ। ਹੋਏ ਜਿਸ ਗਾਈ ਲਿਹੋ ਸ਼ਬਦ ਬੁਲਾਈ ਮੋਹੇ। ਪੁੱਤਰ ਜੀ, ਜੇਕਰ ਗੁਰੂ ਨਾਨਕ ਸਾਹਿਬ ਦੀ ਸਗਾਈ ਹੋ ਜਾਵੇ ਤੇ ਸੁਨੇਹਾ ਭੇਜ ਕੇ ਮੈਨੂੰ ਇੱਥੇ ਬੁਲਾ ਲੈਣਾ। ਕੀ ਜੈਨ ਬੈ ਲੰਬ ਤੋਹੇ ਔਰ ਕਹਿਤ ਹੋ। ਸੋ ਕਿਸੇ ਪ੍ਰਕਾਰ ਦਾ ਕੋਈ ਵਿਲੰਬ ਨਾ ਕਰਨਾ, ਭਾਵ ਦੇਰੀ ਨਾ ਕਰਨਾ। ਜਦੋਂ ਵੀ ਸਗਾਈ ਹੋ ਜਾਵੇ ਮੈਨੂੰ ਸੱਦ ਲੈਣਾ ਤੇ ਮੈਂ ਤਿਆਰੀ ਕਰਕੇ ਇੱਥੇ ਆ ਜਾਵਾਂਗਾ। ਰਾਖੋ ਰਖਵਾਰੀ ਸੁਤ ਕਰੇ ਨਾ ਖੁਆਰੀ ਧਨ। ਔਰ ਇੱਕ ਹੋਰ ਗੱਲ ਮੈਂ ਤੈਨੂੰ ਕਹਿਣਾ ਵੀ ਮੇਰੇ ਪੁੱਤਰ ਦੀ ਰਖਵਾਲੀ ਜ਼ਰੂਰ ਕਰਿਆ ਕਰ। ਉਹ ਧਨ ਦੀ ਖੁਆਰੀ ਨਾ ਕਰੇ, ਕਿਉਂਕਿ ਫਜ਼ੂਲ ਖਰਚੀ ਬੜੀ ਕਰਦਾ ਹੈ। ਕਲਿਆਣ ਦਾਸ ਜੀ ਤਾਂ ਇਹ ਸੋਚਦੇ ਸਨ ਵੀ ਇਹ ਮਾਇਆ ਫਜ਼ੂਲ ਗਵਾਉਂਦਾ, ਵੀ ਪਤਾ ਨਹੀਂ ਕਿੱਧਰ ਕਰਦਾ ਹੈ, ਵੀ ਸਾਰਾ ਕੁਝ ਖਰਚੀ ਦਿੰਦਾ ਹੈ। ਉਹਨਾਂ ਦੇ ਭਾਵ ਇਹੀ ਸਨ ਅੰਦਰ ਦੇ। ਇਸ ਕਰਕੇ ਉਹ ਭਾਈ ਜੈ ਰਾਮ ਜੀ ਨੂੰ ਕਹਿੰਦੇ ਨੇ ਵੀ ਮੇਰੇ ਪੁੱਤਰ ਦੀ ਰਖਵਾਲੀ ਕਰੋ, ਤਾਂ ਕਿ ਉਹ ਧਨ ਦੀ ਖੁਆਰੀ ਨਾ ਕਰੇ। ਦੀਜੈ ਮਾਤੇ ਆਪ ਤਾਂ ਕੀ ਚਿੰਤਾ ਮੈਂ ਰਹਿਤ ਹੋ। ਮੈਂ ਸਦਾ ਆਪਣੇ ਪੁੱਤਰ ਦੀ ਚਿੰਤਾ ਵਿੱਚ ਰਹਿਣਾ, ਤੇ ਤੁਸੀਂ ਹੁਣ ਉਹਦੀ ਰਖਵਾਲੀ ਜ਼ਰੂਰ ਕਰਿਆ ਕਰੋ। ਨਾਨਕੀ ਬਨਤ ਸੁਨ ਬੈਨ ਮੈਂ ਜਨਕ ਤੁਮ। ਇਹ ਬਚਨ ਸੁਣ ਕਰਕੇ ਬੇਬੇ ਨਾਨਕੀ ਜੀ ਆਖਣ ਲੱਗੇ, ਹੇ ਪਿਤਾ ਜੀ ਮੇਰੇ ਬਚਨ ਧਿਆਨ ਦੇ ਨਾਲ ਸੁਣੋ। ਭਗਤ ਸਦੀਵ ਤਨ ਖੋਤ ਨਿਤ ਮੋਰੀਆ। ਤੇ ਮੈਂ ਤੁਹਾਨੂੰ ਇਹ ਗੱਲ ਕਹਿਨੀ ਆ ਵੀ ਤੁਸੀਂ ਸਦਾ ਇਹ ਗੱਲ ਮੈਨੂੰ ਵੀ ਕਹਿੰਦੇ ਹੋ ਤੇ ਸਾਰਿਆਂ ਨੂੰ ਕਹਿੰਦੇ ਹੋ ਕਿ ਮੇਰਾ ਬੇਟਾ ਨਾਨਕ ਮੇਰੇ ਘਰ ਦਾ ਸਾਰਾ ਧਨ ਹੀ ਗਵਾਉਂਦਾ ਹੈ, ਮੇਰੇ ਘਰ ਦੀਆਂ ਸਾਰੀਆਂ ਵਸਤੂਆਂ ਗਵਾਉਂਦਾ ਹੈ। ਆਪਨੀ ਕਰਤ ਕ੍ਰਿਤ ਖੋਏ ਕਿਦੋ ਰਾਖੇ ਬਿਤ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੀ ਇੱਥੇ ਹੁਣ ਉਹ ਆਪਣਾ ਕੰਮ ਕਰਦਾ ਹੈ, ਚਾਹੇ ਉਹ ਧਨ ਰੱਖੇ ਚਾਹੇ ਉਹ ਧਨ ਗਵਾਏ, ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਤੁਹਾਡੇ ਘਰ ਦਾ ਕੁਝ ਨਹੀਂ ਵਿਗਾੜਦਾ, ਜੋ ਕੁਝ ਵਿਗਾੜਦਾ ਉਹ ਆਪਣਾ ਹੀ ਵਿਗਾੜਦਾ ਹੈ। ਰਹੀ ਐ ਨਚਿੰਤ ਚਿਤ ਲੇਤ ਨਹਿ ਤੋਰੀਆ। ਤੁਸੀਂ ਆਪਣੇ ਚਿੱਤ ਅੰਦਰ ਨਿਚਿੰਤ ਰਹੋ, ਚਿੰਤਾ ਨਾ ਕਰੋ, ਕਿਉਂਕਿ ਉਹ ਤੁਹਾਡੇ ਕੋਲੋਂ ਧਨ ਨਹੀਂ ਲੈਂਦਾ। ਭੁਖੇ ਕੋ ਅਸਨ ਪੁਨ ਬਸਨ ਨਗਨ ਦਾਨੀ। ਭੁੱਖੇ ਨੂੰ ਪਹਿਨਣ ਵਾਸਤੇ ਛਕਣ ਵਾਸਤੇ ਭੋਜਨ, ਨੰਗੇ ਨੂੰ ਪਹਿਨਣ ਵਾਸਤੇ ਉਹ ਬਸਤਰ ਦਿੰਦਾ ਹੈ। ਇਹ ਕੋਈ ਮਾੜਾ ਕੰਮ ਤਾਂ ਨਹੀਂ ਨਾ ਕਰਦਾ, ਕਿਸੇ ਪਾਸੇ ਜੂਏ ਵਿੱਚ ਜਾ ਕੇ ਨਹੀਂ ਧਨ ਖਰਾਬ ਕਰਦਾ, ਹੋਰ ਮਾੜੇ ਕੰਮਾਂ ਵਿੱਚ ਮਾਇਆ ਨਹੀਂ ਗਵਾਉਂਦਾ। ਭੁੱਖੇ ਨੂੰ ਛਕਣ ਲਈ ਭੋਜਨ ਦਿੰਦਾ ਹੈ ਤੇ ਨੰਗੇ ਨੂੰ ਪਹਿਨਣ ਦੇ ਲਈ ਉਹ ਬਸਤਰ ਦਿੰਦਾ ਹੈ। ਪੁੰਨਵਾਨ ਰੂਪ ਕਰੈ ਜਾਰੀ ਨਹਿ ਚੋਰੀਆ। ਬਹੁਤ ਵੱਡਾ ਉਹ ਦਾਨੀ ਹੈ, ਉਹਦਾ ਰੂਪ ਪੁੰਨਵਾਨ, ਪੁੰਨਾ ਵਾਲਾ ਰੂਪ ਹੈ। ਨਾ ਉਹ ਚੋਰੀ ਕਰਦਾ ਨਾ ਉਹ ਯਾਰੀ ਕਰਦਾ ਹੈ। ਕਰੈ ਜੈ ਕੋ ਕਰਮ ਨਿਵਾਰਨ ਧਰਮ ਤਾਂ ਕੋ। ਜੇ ਮੇਰਾ ਭਰਾ ਕੋਈ ਮਾੜਾ ਕੰਮ ਕਰਦਾ ਹੋਵੇ ਨਾ, ਤੇ ਫਿਰ ਮੇਰਾ ਧਰਮ, ਮੇਰਾ ਫਰਜ਼ ਹੈ ਕਿ ਮੈਂ ਜਾ ਕੇ ਆਪਣੇ ਭਰਾ ਨੂੰ ਸਮਝਾਵਾਂ ਵੀ ਇਸ ਤਰ੍ਹਾਂ ਨਹੀਂ ਕਰੀਦਾ। ਜੇ ਉਹ ਚੋਰੀ ਯਾਰੀ ਕਰਦਾ ਹੈ, ਕੋਈ ਮਾੜਾ ਕੰਮ ਕਰਦਾ ਹੈ, ਫਜ਼ੂਲ ਮਾਇਆ ਗਵਾਉਂਦਾ ਹੈ, ਮਾੜੇ ਥਾਂ ਤੇ ਮਾਇਆ ਲਾਉਂਦਾ ਹੈ, ਫਿਰ ਸਾਡਾ ਫਰਜ਼ ਹੈ ਵੀ ਅਸੀਂ ਜਾ ਕੇ ਗੁਰੂ ਸਾਹਿਬ ਨੂੰ ਸਮਝਾਈਏ ਵੀ ਤੁਸੀਂ ਇਹ ਧਨ ਵਿਅਰਥ ਨਾ ਗਵਾਵੋ। ਲੱਗੇ ਜੋ ਸੋ ਕਰਮ ਅਧਰਮ ਤਾਏ ਹੋਰੀਆ। ਤੇ ਜੇਕਰ ਗੁਰੂ ਸਾਹਿਬ ਜੀ ਆਪਣੀ ਮਾਇਆ ਚੰਗੇ ਕੰਮਾਂ ਚ ਲਾ ਰਹੇ ਨੇ, ਭੁੱਖੇ ਨੂੰ ਭੋਜਨ ਛਕਾ ਰਹੇ ਨੇ, ਜਿਹਦੇ ਕੋਲ ਬਸਤਰ ਨਹੀਂ ਉਹਨੂੰ ਬਸਤਰ ਪਹਿਨਾ ਰਹੇ ਨੇ, ਜਿਹਨੂੰ ਮਾਇਆ ਦੀ ਲੋੜ ਹੈ ਉਹਨੂੰ ਮਾਇਆ ਦੇ ਰਹੇ, ਜਿਹਨੂੰ ਅੰਨ ਦੀ ਲੋੜ ਹੈ ਉਹਨੂੰ ਅੰਨ ਦੇ ਰਹੇ ਨੇ। ਤੇ ਇਸ ਤਰ੍ਹਾਂ ਚੰਗੇ ਕਰਮ ਕਰਦਿਆਂ ਜੇ ਕਿਸੇ ਨੂੰ ਰੋਕੀਏ ਤੇ ਇਸ ਤੋਂ ਵੱਡਾ ਕੋਈ ਅਧਰਮ ਨਹੀਂ ਹੁੰਦਾ। ਧਰਮ ਕੀ ਹੈ? ਜੇਕਰ ਕਿਸੇ ਮਨੁੱਖ ਨੂੰ ਮਾੜੇ ਕਰਮ ਤੋਂ ਰੋਕੀਏ, ਇਹ ਧਰਮ ਹੈ। ਤੇ ਅਧਰਮ ਕੀ ਹੈ? ਜਿਹੜਾ ਚੰਗੇ ਕੰਮ ਕਰਦਾ ਹੋਵੇ, ਜੇ ਉਹਨੂੰ ਚੰਗੇ ਕੰਮ ਤੋਂ ਵਰਜੀਏ, ਇਸ ਨੂੰ ਅਧਰਮ ਕਹਿੰਦੇ ਹਨ। ਦੋਦਕ ਛੰਦ ਜਾਨੋ ਧਾਤ ਹੈ ਗਤ ਪ੍ਰਾਤੈ। हे ਪਿਤਾ ਜੀ, ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਦੀ ਬਾਤ ਇਸ ਤਰ੍ਹਾਂ ਹੀ ਜਾਣਨਾ ਕਰੋ। ਦੇਤ ਫਕੀਰ ਖਵਾਏ ਜਹਾਂ ਤੈ। ਜਿੱਥੇ ਕਿਥੇ ਮਹਾਰਾਜ ਫਕੀਰ ਨੂੰ ਵੇਖਦੇ ਨੇ, ਫਕੀਰ ਵੈਸੇ ਕੰਗਲੇ ਨੂੰ ਕਹਿੰਦੇ ਨੇ, ਕੰਗਾਲ ਹੋਵੇ ਜਿਹਦੇ ਪਾਸ ਕੁਝ ਨਾ ਹੋਵੇ ਨਾ, ਉਹਨੂੰ ਫਕੀਰ ਕਹਿੰਦੇ ਹਨ।
ਜਿੱਥੇ ਵੀ ਕੋਈ ਲੋੜਵੰਦ ਹੁੰਦਾ ਹੈ, ਮੰਗਤਾ ਹੁੰਦਾ ਹੈ, ਫਕੀਰ ਕੰਗਲਾ ਹੁੰਦਾ ਹੈ, ਗੁਰੂ ਸਾਹਿਬ ਜੀ ਜਾ ਕੇ ਉਹਨਾਂ ਨੂੰ ਧਨ ਦਿੰਦੇ ਨੇ, ਲੋੜਵੰਦ ਨੂੰ ਭੋਜਨ ਦੇ ਦਿੰਦੇ, ਬਸਤਰ ਦੇ ਦਿੰਦੇ ਹਨ। ਲੋਭ ਨਹੀਂ ਤੈ ਕੇ ਉਰ ਅੰਤਰ। ਔਰ ਮੇਰੇ ਭਰਾ ਦੇ ਅੰਦਰ ਰੰਚਕ ਮਾਤਰ ਵੀ ਮਾਇਆ ਦਾ ਲੋਭ ਲਾਲਚ ਨਹੀਂ ਹੈ। ਦਾਨ ਬਿਖੈ ਮਤ ਜਾਨ ਨਿਰੰਤਰ। ਤੇ ਇਸ ਤਰ੍ਹਾਂ ਤੁਸੀਂ ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਵੋ। ਦੌਲਤ ਖਾਂ ਨਿਰਪਤੇ ਡਰੇ ਆਵੇ। ਸੋ ਕਹਿੰਦੇ ਜਿਹੜਾ ਦੌਲਤ ਖਾਂ ਰਾਜਾ ਹੈ ਉਹਦੇ ਤੋਂ ਸਾਨੂੰ ਡਰ ਆਉਂਦਾ ਹੈ। ਲੇਖੈ ਮੈਂ ਧਨ ਨਾ ਘਟ ਜਾਵੇ। ਭਾਈ ਜੈ ਰਾਮ ਜੀ ਕਹਿੰਦੇ ਕਿਤੇ ਲੇਖੇ ਦੇ ਵਿੱਚ ਧਨ ਘਟ ਨਾ ਜਾਏ। ਉਹਨਾਂ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਭੈ ਵੀ ਸੀਗਾ ਵੀ ਕਿਤੇ ਲੇਖਾ ਜੋਖਾ ਹਿਸਾਬ ਕਿਤਾਬ ਜਦੋਂ ਹੋਣਾ ਵੀ ਕਿਤੇ ਰਕਮ ਨਾ ਘਟ ਜਾਏ। ਜਾਚਕ ਭੀੜ ਵੱਡੀ ਨਿਤ ਹੋਵੇ। ਕਹਿੰਦੇ ਹਰ ਰੋਜ਼ ਮੰਗਤਿਆਂ ਦੀ ਵੱਡੀ ਭੀੜ ਉੱਥੇ ਜਮ੍ਹਾਂ ਹੁੰਦੀ ਹੈ ਤੇ ਤੇਰਾ ਤੇਰਾ ਕਹਿ ਕੇ ਤੋਲੀ ਜਾਂਦੇ ਮਹਾਰਾਜ। ਅਸੀਂ ਤਾਂ ਭਾਵੇਂ 13 ਬਣਾ ਲਿਆ ਨਾ, ਅੱਜ ਕੱਲ ਕਹਿੰਦੇ ਜੀ 13 ਸ਼ਬਦ ਬਾਬਾ ਨਾਨਕ ਜੀ ਦਾ ਹੈ। ਤੋ 13 ਸ਼ਬਦ ਤਾਂ ਨਹੀਂ, ਮਹਾਰਾਜ ਦਾ ਸ਼ਬਦ ਤਾਂ 13 ਹੀ ਹੈ। ਬਾਕੀ 13 ਅਸੀਂ ਆਪਣੇ ਕੋਲੋਂ ਹੀ ਬਣਾ ਲਿਆ। ਕਿਸੇ ਨੇ ਆਖਿਆ ਵੀ ਮੈਂ ਗੱਡੀ ਦਾ ਨੰਬਰ 13 ਲੈਣਾ, ਕਿਸੇ ਆਖਿਆ ਵੀ ਮੇਰਾ ਫੋਨ ਦਾ ਨੰਬਰ 13 ਹੋਣਾ ਚਾਹੀਦਾ, ਮੇਰੇ ਘਰ ਦਾ ਨੰਬਰ 13 ਹੋਣਾ ਚਾਹੀਦਾ ਹੈ। ਮੈਂ ਤਾਂ ਇੱਥੋਂ ਤਾਂ ਹੀ 1-2 ਜਾਣਿਆਂ ਨੂੰ ਵੇਖਿਆ, ਆਖਿਆ ਜੀ ਲਾਟਰੀ ਪਾਉਣੀ ਤਾਂ ਵੀ 13 ਨੰਬਰ ਹੀ ਲੈਣਾ, ਵੀ ਬਾਬਾ ਜੀ ਦਾ ਨੰਬਰ ਹੈ। ਅਸੀਂ ਭੁਲੇਖਾ ਬਣਾ ਲਿਆ। 13 ਇੱਕ ਹੱਦ ਬੰਦੀ ਹੈ ਨਾ, ਵੀ 1 ਤੋਂ ਲੈ ਕੇ 13 ਤੱਕ ਗਿਣਤੀ ਕੀਤੀ ਤੇ ਕਹਾਣੀ ਖਤਮ। ਵੀ ਉਸ ਤੋਂ ਅੱਗੇ ਵੀ ਜੇ ਮਹਾਰਾਜ ਨੇ 13 ਤੋਲ ਕੇ ਕਿਸੇ ਦੀ ਝੋਲੀ 'ਚ ਪਾਇਆ, ਆਖਿਆ ਵੀ ਨਹੀਂ ਭਾਈ ਹੁਣ 14ਵੀਂ ਵਾਰ ਨਹੀਂ ਕੁਝ ਮਿਲਣਾ, ਜਾ ਭੱਜ ਜਾ। ਉੱਥੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਤੇਰਾ, ਇਹ ਵੀ ਤੇਰਾ, ਵਾਹਿਗੁਰੂ ਇਹ ਤੇਰਾ ਹੈ, ਤੇਰਾ ਹੈ, ਤੇਰਾ ਹੈ। ਮਿਹਰਬਾਨ ਪੁਰਾਤਨ ਜਨਮ ਸਾਖੀ ਵਿੱਚ ਇੱਕ ਬਚਨ ਲਿਖਦਾ ਦਾਸ, ਅਕਸਰ ਇਹ ਬਚਨ ਸਾਂਝਾ ਕਰਦਾ ਹੈ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਪੰਡਤ ਹਰਦਿਆਲ ਜੀ ਪੁੱਛਦੇ ਵੀ ਬਾਲਕ ਕਿਹੜਾ ਸ਼ਬਦ ਲੈ ਕੇ ਜਨਮਿਆ ਸੀ, ਤੇ ਦੌਲਤਾਂ ਦਾਈ ਨੇ ਇੱਕ ਬਚਨ ਆਖਿਆ ਵੀ ਜਿਵੇਂ 2 ਬਜ਼ੁਰਗ ਆਪਸ ਵਿੱਚ ਮਿਲਦੇ ਤੇ ਏਦਾਂ ਮਿਲ ਕੇ ਮੁਸਕਰਾਇਆ ਤੇ ਚਿੰਚੀ ਚੁੱਕ ਕੇ ਆਖਿਆ ਮੇਰੇ ਨਾਲ ਗੱਲਾਂ ਕੀਤੀਆਂ। ਆਖਿਆ ਜੀ ਹਾਂ ਤੇਰਾ ਤੇਰਾ ਨਾਓ। ਅੱਜ ਤੱਕ ਹਰ ਕਿਸੇ ਨੇ ਇਹੀ ਆਖਿਆ ਨਾ ਵੀ ਮੈਂ ਹੀ ਰੱਬ ਹਾਂ। ਪਰ ਜਦੋਂ ਰੱਬ ਧਰਤੀ ਤੇ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾ ਸਮਾਨ ਸੋ ਤਾਰ ਧਾਰ ਦਰਸ ਦਿਖਾਏ ਹੈ, ਤੇ ਮਿਹਰਬਾਨ ਲਿਖਦੇ ਕਹਿੰਦੇ ਹਾਉ ਤੇਰਾ ਤੇਰਾ ਨਾਉ। ਮੈਂ ਵਾਹਿਗੁਰੂ ਤੇਰਾ ਹਾਂ ਤੇ ਤੇਰਾ ਨਾਮ ਹੀ ਜਪਦਾ ਆ। ਗੁਰੂ ਨਾਨਕ ਸਾਹਿਬ ਨੇ ਗਿਣਤੀ ਦੀਆਂ 13 ਨਹੀਂ ਤੋਲੀਆਂ, ਗੁਰੂ ਨਾਨਕ ਸਾਹਿਬ ਜੀ ਨੇ ਤੇਰਾ ਤੇਰਾ ਕਹਿ ਕੇ ਤੋਲਿਆ। ਵਾਹਿਗੁਰੂ ਇਹ ਸਭ ਕੁਝ ਤੇਰਾ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਵਾਹਿਗੁਰੂ ਇਹ ਤੇਰਾ ਹੈ, ਤੈਨੂੰ ਹੀ ਸੌਂਪ ਰਿਹਾ। ਇੱਥੇ ਵੰਡਣ ਵਾਲਾ ਵੀ ਤੂੰ ਤੇ ਲੈਣ ਵਾਲਾ ਵੀ ਤੂੰ। ਇੱਥੇ ਮੈਂ ਦੇਣ ਵਾਲਾ ਨਹੀਂ ਤੇ ਕੋਈ ਦੂਸਰਾ ਲੈਣ ਵਾਲਾ ਨਹੀਂ, ਇੱਥੇ ਲੈਣ ਵਾਲਾ ਵੀ ਤੂੰ ਆਪ ਹੀ ਹੈ ਤੇ ਵੰਡਣ ਵਾਲਾ ਵੀ ਵਾਹਿਗੁਰੂ ਤੂੰ ਆਪ ਹੀ ਹੈ। ਇਹ ਹੁੰਦੀ ਹੈ ਤੇਰਾ ਤੇਰਾ ਦੀ ਭਾਵਨਾ। ਇਹ ਨਹੀਂ ਵੀ ਮੰਗਣ ਵਾਲਾ ਕੰਗਾਲ ਹੈ ਜੀ। ਉਥੇ ਮੰਗਣ ਵਾਲਾ ਵੀ ਜਿਹੜਾ ਉਹ ਰੱਬ ਰੂਪ ਹੀ ਹੋਇਆ ਕਰਦਾ ਹੈ। ਮਹਾਰਾਜ ਕਲਗੀਧਰ ਜੀ ਪਤਾ ਕੀ ਲਿਖਦੇ, ਕਤਹੂ ਭਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ। ਕਿਸੇ ਜਗ੍ਹਾ ਤੇ ਭਿਖਾਰੀ ਹੋ ਕੇ ਤੂੰ ਭੀਖ ਮੰਗ ਰਿਹਾ, ਇਹ ਥੋੜਾ ਵੀ ਭਿਖਾਰੀ ਵਿੱਚ ਰੱਬ ਨਹੀਂ ਵਸਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਹੂੰ ਮਹਾਦਾਨ ਹੋਏ ਕਹਿ ਮੰਗਿਓ ਧਨ ਦੇਤ ਹੋ। ਕਿਤੇ ਮਹਾਦਾਨੀ ਹੋ ਕੇ ਮੂੰਹ ਮੰਗਿਆ ਧਨ ਦੇ ਰਹੇ ਹੋ। ਦਾਨੀ ਵੀ ਆਪ ਹੋ ਤੇ ਮੰਗਤਾ ਭਿਖਾਰੀ ਵੀ ਆਪ ਹੋ। ਵੇਖੋ ਦਾਤੇ ਦੀ ਖੇਡ ਕੈਸੀ, ਦੇਣ ਵਾਲਾ ਦਾਤਾ ਉਥੇ ਵੀ ਆਪ ਤੇ ਲੈਣ ਵਾਲੇ ਭਿਖਾਰੀ ਦੇ ਰੂਪ ਦੇ ਵਿੱਚ ਵੀ ਉਹ ਪਰਮੇਸ਼ਰ ਆਪ ਹੀ ਵਰਤ ਰਹੇ ਹੈ। ਸਤਿਗੁਰੂ ਕਹਿੰਦੇ ਕਿਤੇ ਤੇਰੇ ਮਨ ਦੇ ਅੰਦਰ ਭੁਲੇਖਾ ਨਾ ਰਹਿ ਜਾਏ ਵੀ ਮੈਂ ਦੇਣ ਵਾਲਾ ਤੂੰ ਨਹੀਂ। ਜੇ ਤੂੰ ਇਹ ਸਮਝੇ ਨਾ ਵੀ ਮੰਗਣ ਵਾਲਾ ਭਿਖਾਰੀ ਹੈ, ਨਹੀਂ, ਮੰਗਣ ਵਾਲਾ ਭਿਖਾਰੀ ਨਹੀਂ, ਮੰਗਣ ਵਾਲੇ ਅੰਦਰ ਵੀ ਰੱਬ ਹੀ ਵਰਤਦਾ ਹੈ। ਉਥੇ ਉਹ ਆਪ ਹੀ ਲੈਣ ਵਾਸਤੇ ਆ ਜਾਂਦਾ। ਕਈ ਵਾਰੀ ਪਰਚਾ ਵੀ ਇਦਾਂ ਦਾ ਪਾ ਦਿੰਦਾ ਜੇ। ਜਦੋਂ ਭਾਈ ਕੱਟੂ ਨੇ ਮੰਗਿਆ ਸੀ ਨਾ ਸ਼ਹਿਦ, ਜਦੋਂ ਕਸ਼ਮੀਰ ਤੋਂ ਲਿਆਂਦਾ ਹੋਇਆ ਸ਼ਹਿਦ ਸਿੱਖ
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪਣਾ ਚਾਹੁੰਦਾ ਸੀ ਤੇ ਫਿਰ ਗੁਰੂ ਨੇ ਰਾਹ ਵਿੱਚ ਮੰਗ ਲਿਆ ਭਾਈ, ਪਰ ਭਾਈ ਕੱਟੂ ਨੇ ਦਿੱਤਾ ਨਹੀਂ ਤੇ ਫਿਰ ਛੇਵੇਂ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ। ਮਹਾਰਾਜ ਕਹਿੰਦੇ ਜਦੋਂ ਮੰਗਿਆ ਸੀ ਉਦੋਂ ਤਾਂ ਦਿੱਤਾ ਕੋਈ ਨਹੀਂ, ਜਦੋਂ ਮੰਗਿਆ ਸੀ ਉਦੋਂ ਤਾਂ ਦਿੱਤਾ ਨਹੀਂ ਤੇ ਹੁਣ ਮੂਹਰੇ ਲਿਆ ਕੇ ਭੇਟ ਕਰਦਾ ਹੈ। ਜਾਂ ਪਹਿਲਾਂ ਮੇਰੇ ਸਿੱਖ ਨੂੰ ਦੇ ਕੇ ਆ, ਮੈਂ ਸਿੱਖ ਦੇ ਰੂਪ ਵਿੱਚ ਆਪ ਹੀ ਤੇਰੇ ਕੋਲੋਂ ਸ਼ਾਇਦ ਮੰਗਿਆ ਸੀਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਇਹ ਤੇਰਾ ਹੈ, ਤੇਰਾ ਹੈ, ਤੇਰਾ ਹੈ, ਮੇਰਾ ਨਹੀਂ। ਜੋ ਕੁਝ ਹੈ ਤੇਰਾ, ਤੈਨੂੰ ਹੀ ਵੰਡੀ ਜਾਨਾ ਪਰਮੇਸ਼ਰ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜਿਨ੍ਹਾਂ ਬਾਬਤ ਬੇਬੇ ਨਾਨਕੀ ਜੀ ਕਹਿੰਦੇ ਨੇ ਕਿ ਮੇਰੇ ਭਰਾਤਾ ਜੀ ਇੱਥੇ ਬਹਿ ਕਰਕੇ ਭੁੱਖਿਆਂ ਨੂੰ ਭੋਜਨ ਦਿੰਦੇ ਨੇ, ਸਭ ਨੂੰ ਤੇਰਾ ਤੇਰਾ ਤੋਲ ਕਰਕੇ ਦਿੰਦੇ। ਵਾਹਿਗੁਰੂ ਇਹ ਸਭ ਕੁਝ ਤੇਰਾ ਹੀ ਹੈ। ਭਾਖੈ ਲੋਕ ਸਭੈ ਇਹ ਖੋਵੈ। ਤੇ ਲੋਕ ਇਹ ਗੱਲ ਜ਼ਰੂਰ ਕਹਿੰਦੇ ਨੇ ਵੀ ਇਹ ਮਾਇਆ ਗਵਾ ਦੇਗਾ, ਇਹ ਦੌਲਤ ਖਾਨ ਦਾ ਮੋਦੀ ਖਾਨਾ ਲੁਟਾ ਦੇਗਾ, ਘਾਟਾ ਪਵਾ ਦੇਗਾ। ਸ਼ਸ਼ ਬਦਨਾ ਛੰਦ ਜਬ ਕਰ ਲੇਖਾ ਵਦਤ ਵਿਸ਼ੇਖਾ। ਤੇ ਫਿਰ ਬੇਬੇ ਨਾਨਕੀ ਜੀ ਕਹਿੰਦੇ ਜਦੋਂ ਫਿਰ ਲੇਖਾ ਹੁੰਦਾ ਨਾ, ਹਿਸਾਬ ਕਿਤਾਬ ਹੁੰਦਾ ਤੇ ਹਰ ਵਾਰੀ ਕਹਿੰਦੇ ਵਾਧਾ ਹੀ ਨਿਕਲਦਾ ਹੈ, ਫਿਰ ਉੱਥੇ ਘਾਟਾ ਕਿੱਥੇ ਪੈ ਸਕਦਾ ਹੈ? ਜਦੋਂ ਦੀਨ ਦੁਨੀਆ ਦਾ ਮਾਲਕ ਅਕਾਲ ਪੁਰਖ ਸਭ ਨੂੰ ਦਾਤਾਂ ਵੰਡਣ ਵਾਲਾ ਤੁਮ ਦਾਤੇ ठाकुर प्रतिपालक नायक खसम हमारे कोट ब्रह्मांड को ठाकुर स्वामी ਸਰਬ ਜੀਆ ਕਾ ਦਾਤਾ ਰੇ। ਜਦੋਂ ਸਾਰੇ ਬ੍ਰਹਮੰਡਾਂ ਦਾ ਮਾਲਕ ਅਕਾਲ ਪੁਰਖ ਆਪ ਮੋਦੀ ਬਣ ਕੇ ਕਾਰ ਕਰਦਾ ਹੋਵੇ ਤੇ ਫਿਰ ਉੱਥੇ ਘਾਟਾ ਪੈ ਸਕਦਾ ਕਿਸੇ ਚੀਜ਼ ਦਾ? ਉੱਥੇ ਤਾਂ ਫਿਰ ਵਾਧਾ ਹੀ ਵਾਧਾ ਹੈ। ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਏ ਕਰਜ ਧਨ ਮਾਲ। ਇਹ ਸਾਰੀ ਬਰਕਤ ਨਾਮ ਦੀ, ਗੁਰੂ ਕੇ ਸ਼ਬਦ ਦੀ ਹੋਇਆ ਕਰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕ ਕਹਿੰਦੇ ਵੀ ਮੋਦੀ ਖਾਨਾ ਲੁਟਾ ਦਿੱਤਾ, ਪਰ ਜਿੰਨੀ ਵਾਰੀ ਹਿਸਾਬ ਹੁੰਦਾ ਹੈ ਹਰ ਵਾਰੀ ਵਾਧਾ ਹੀ ਨਿਕਲਦਾ ਹੈ। ਨੈ ਕਟ ਜਾਈ ਭਲ ਪਤ ਆਈ। ਕਹਿੰਦੇ ਹਨ ਕਦੇ ਵੀ ਘਾਟਾ ਨਹੀਂ ਪਿਆ ਅੱਜ ਤਾਈਂ। ਇਸ ਗੱਲ ਨੂੰ ਅਸੀਂ ਬੜੀ ਵਾਰੀ ਪਤਿਆ ਕਰਕੇ ਵੇਖਣਾ ਕੀਤਾ ਹੈ। ਇਹ ਕਰਤਾਰਾ ਧਾਰ ਅਵਤਾਰਾ। ਸੋ ਕਹਿੰਦੇ ਹਰ ਵਾਰੀ ਭਲ ਪਤ ਆਈ, ਹਰ ਵਾਰੀ ਸਾਡੀ ਇੱਜ਼ਤ ਰਹਿ ਆਈ ਹੈ। ਤੇ ਬੇਬੇ ਜੀ ਆਖਣ ਲੱਗੇ ਪਿਤਾ ਜੀ ਇਹ ਕਰਤਾਰ ਹਨ ਅਕਾਲ ਪੁਰਖ ਵਾਹਿਗੁਰੂ ਆਪ ਹੀ ਅਵਤਾਰ ਧਾਰਨ ਕਰਕੇ ਮਾਤ ਲੋਕ ਦੀ ਧਰਤੀ ਤੇ ਆਏ ਹਨ। ਭਵ ਭਵ ਮਾਹੀ ਨਰ ਧਨ ਨਾਹੀ। ਇਸ ਸੰਸਾਰ ਦੇ ਅੰਦਰ ਇਹਨਾਂ ਨੇ ਜਨਮ ਧਾਰਨ ਕੀਤਾ ਹੈ। ਕਿਹਨੇ? ਕਰਤਾਰ ਨੇ, ਅਕਾਲ ਪੁਰਖ ਨੇ। ਇੱਕ ਬਚਨ ਭਾਈ ਸੰਤੋਖ ਸਿੰਘ ਜੀ ਨੇ ਪੰਜਵੇਂ ਪਾਤਸ਼ਾਹ ਦੇ ਜੀਵਨ ਵਿੱਚ ਲਿਖਿਆ ਹੈ। ਜਦੋਂ ਸ਼ਹਾਦਤ ਦੇਣ ਵਾਸਤੇ ਪੰਜਵੇਂ ਪਾਤਸ਼ਾਹ ਜੀ ਗਏ ਨਾ ਤੇ ਜਾਂਦੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਕਹਿ ਕੇ ਗਏ ਵੀ ਅੰਦਰੋਂ ਤਾਂ ਉਹ ਕਰਤਾਰ ਵਾਲੀ ਖੇਡ ਹੀ ਰੱਖਣੀ ਹੈ, ਬ੍ਰਹਮ ਵਾਲੀ ਖੇਡ ਰੱਖਣੀ ਹੈ, ਤੇ ਬਾਹਰੋਂ ਭਗਤਾਂ ਵਾਲਾ ਸੁਭਾਅ ਰੱਖਣਾ ਹੈ। ਬਾਹਰੋਂ ਭਗਤ ਬਣ ਕੇ ਰਹਿਣਾ, ਅੰਦਰ ਦੀ ਅਵਸਥਾ ਜਿਹੜੀ ਉਹ ਬਾਹਰ ਕਦੇ ਜ਼ਾਹਰ ਨਹੀਂ ਕਰਨੀ। ਤੇ 10 ਪਾਤਸ਼ਾਹੀਆਂ ਨੇ ਉਹ ਖੇਡ ਕਦੇ ਵੀ ਐਸੀ ਨਹੀਂ ਵਰਤਾਈ, ਬਾਹਰੋਂ ਭਗਤ ਬਣ ਕੇ ਹੀ ਸੰਸਾਰ ਦੇ ਵਿੱਚ ਵਿਚਰਦੇ ਰਹੇ। ਤੇ ਬੇਬੇ ਨਾਨਕੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਆਪ ਕਰਤਾਰ ਨੇ ਤੇ ਕਰਤਾਰ ਨੇ ਹੀ ਭਗਤ ਦਾ ਰੂਪ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਧਾਰਨ ਕੀਤਾ ਹੈ। ਭਵ ਭਵ ਮਾਹੀ ਨਰ ਧਨ ਨਾਹੀ। ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਇਹਨਾਂ ਨੇ ਭਾਵੇਂ ਮਨੁੱਖਾ ਰੂਪ ਦੇ ਵਿੱਚ ਸਰੀਰ ਧਾਰਿਆ, ਪਰ ਇਹ ਮਨੁੱਖ ਹੈ ਕੋਈ ਨਹੀਂ। ਮਨੁੱਖ ਦੇ ਰੂਪ ਵਿੱਚ ਸਰੀਰ ਕਿਉਂ ਧਾਰਿਆ? ਕਿਉਂਕਿ ਮਨੁੱਖਤਾ ਦਾ ਹੀ ਉਧਾਰ ਕਰਨ ਵਾਸਤੇ, ਮਨੁੱਖਤਾ ਦਾ ਭਲਾ ਕਰਨ ਵਾਸਤੇ ਸਾਡੇ ਵਾਂਗੂ ਬਣ ਕੇ ਆਏ ਕਿ ਜਿਹੜੀ ਭਗਤੀ ਹੈ ਇਸ ਸਰੀਰ ਦੇ ਅੰਦਰ ਰਹਿ ਕੇ ਹੋ ਸਕਦੀ ਹੈ। ਨਾਮ ਇਸ ਸਰੀਰ ਵਿੱਚ ਰਹਿ ਕੇ ਜਪਿਆ ਜਾ ਸਕਦਾ ਹੈ। ਇਸ ਸਰੀਰ ਵਿੱਚ ਰਹਿ ਕੇ ਰੱਬ ਰੂਪ ਹੋਇਆ ਜਾ ਸਕਦਾ ਹੈ। ਇਸ ਸਰੀਰ ਵਿੱਚ ਰਹਿ ਕੇ ਸੰਸਾਰ ਦਾ ਭਲਾ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਧਾਰਨ ਕਰਕੇ ਪਤਾ ਨਹੀਂ ਮਨੁੱਖਤਾ ਨੂੰ ਕਿੰਨੇ ਇਸ਼ਾਰੇ ਕੀਤੇ ਨੇ। ਕਰਤਾਰ ਨੇ ਤਾਂ ਹੀ ਮਨੁੱਖਾ ਸਰੀਰ ਧਾਰਨ ਕੀਤਾ, ਨਹੀਂ ਤਾਂ ਉਹ ਕਿਸੇ ਵੀ ਰੂਪ ਦੇ ਵਿੱਚ ਆ ਸਕਦੇ ਸਨ, ਕਿਸੇ ਤਰ੍ਹਾਂ ਵੀ ਮਨੁੱਖਤਾ ਦਾ ਭਲਾ ਕਰ ਸਕਦੇ ਸਨ। ਪਰ ਇਹ ਸਮਝਾਇਆ ਕਿ ਮਾਨਸ ਜਨਮ ਦੁਲੱਭ ਹੈ, ਹੋਏ ਨਾ ਬਾਰੈ ਬਾਰ। ਮਨੁੱਖਾ ਜਨਮ ਬੜਾ ਕੀਮਤੀ ਹੈ, ਬਾਰ-ਬਾਰ ਨਹੀਂ ਮਿਲਦਾ। ਇਸ ਸਰੀਰ ਦੇ ਵਿੱਚ ਰਹਿ ਕੇ ਭਗਤੀ ਕਰੋ। ਜਿਸ ਤਰ੍ਹਾਂ ਭਗਤੀ ਆਪ ਗੁਰੂ ਸਾਹਿਬ ਕਰਦੇ ਰਹੇ, ਉਸੇ ਤਰ੍ਹਾਂ ਹੀ ਭਗਤੀ ਕਰਨ ਦਾ ਉਪਦੇਸ਼ ਮਹਾਰਾਜ ਨੇ ਸਾਰੀ ਮਨੁੱਖਤਾ ਨੂੰ ਦਿੱਤਾ ਜੀ। ਤੋ ਸਾਧ ਸੰਗਤ ਜੀ, ਬੇਬੇ ਨਾਨਕੀ ਜੀ ਆਖਣ ਲੱਗੇ ਵੀ ਹੈ ਤਾਂ ਸਾਡੇ ਵਰਗਾ ਹੀ,
ਪਰ ਇਹਨਾਂ ਨੂੰ ਮਨੁੱਖ ਨਾ ਜਾਣੋ, ਇਹ ਮਨੁੱਖ ਨਹੀਂ, ਇਹ ਕਰਤਾਰ ਹਨ। ਏਵ ਸੁਨ ਕਾਲੂ ਕੈ ਸੁਖ ਭਾਲੂ। ਇਹ ਬਚਨ ਸੁਣ ਕਰਕੇ ਅੱਗੋਂ ਕਾਲੂ ਜੀ ਕਹਿੰਦੇ ਭਲਾ ਜੀ ਠੀਕ ਹੈ, ਇਸੇ ਤਰ੍ਹਾਂ ਹੀ ਹੋਵੇਗਾ। ਅਬ ਕਰ ਲੇਖਾ ਵਦਤ ਜੇ ਦੇਖਾ। ਆਖਦੇ ਨੇ ਵੀ ਹੁਣ ਜਦੋਂ ਹਿਸਾਬ ਕਿਤਾਬ ਹੋਵੇ ਨਾ, ਤੇ ਜੇ ਤੁਸੀਂ ਹੁਣ ਲੇਖਾ ਵੱਧਦਾ ਹੋਇਆ ਵੇਖੋ, ਮਮ ਕੈ ਮਾਨੋ ਮਨ ਪਹਿਚਾਨੋ। ਤੇ ਮੇਰਾ ਕਿਹਾ ਹੋਇਆ ਤੁਸੀਂ ਫਿਰ ਮੰਨ ਲਓ, ਤੇ ਮੇਰੀ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਪਹਿਚਾਨ ਲਵੋ। ਕਰੋ ਉਪਾਈ ਦਰਬ ਖਿਸਾਈ। ਤੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਉਪਾਅ ਕਰਕੇ, ਜਦੋਂ ਇਸ ਵਾਰੀ ਹਿਸਾਬ ਕਿਤਾਬ ਹੋਵੇਗਾ ਨਾ, ਵੀ ਜਦੋਂ ਲੇਖਾ ਵਧੇਗਾ, ਮਾਇਆ ਵੱਧ ਜਾਏਗੀ, ਇਹਨਾਂ ਕੋਲ ਮੁਨਾਫਾ ਆ ਜਾਏਗਾ, ਉਸ ਵਕਤ ਤੁਸੀਂ ਉਪਾਅ ਕਰਕੇ ਨਾ ਜਿਹੜੀ ਮਾਇਆ ਨਾ ਉਹ ਖਿਸਕਾ ਲੈਣੀ ਹੈ। ਕੱਖ ਲੱਖ ਜਾਂ ਕੇ ਇੱਕ ਸਮ ਤਾਂ ਕੇ। ਜਿਹਦੇ ਵਾਸਤੇ ਲੱਖ ਤੇ ਕੱਖ ਇੱਕੋ ਜਿਹਾ ਹੈ, ਜਿਹਦੇ ਵਾਸਤੇ ਕੱਖ ਤੇ ਲੱਖ ਇੱਕੋ ਜਿਹਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਉਹਦੇ ਕੋਲ ਫਿਰ ਮੁਨਾਫਾ ਆ ਗਿਆ ਨਾ, ਉਹਨੇ ਫਿਰ ਫਜ਼ੂਲ ਖਰਚੀ ਕਰ ਦੇਣੀ ਹੈ, ਸਾਰਾ ਕੁਝ ਉਜਾੜ ਦੇਣਾ ਹੈ। ਇਹਦੇ ਨਾਲੋਂ ਚੰਗਾ ਵੀ ਉਹ ਉਜਾੜ ਦੇਵੇ, ਤੁਸੀਂ ਆਪ ਹੀ ਮਾਇਆ ਨਾ ਖਿਸਕਾ ਕੇ ਆਪਣੇ ਕੋਲ ਰੱਖ ਲੈਣਾ। ਆਸ ਬਿਦ ਕੀਜੈ ਧਨ ਜਿਵ ਲੀਜੈ। ਕੋਈ ਇਹੋ ਜੀ ਵਿਧੀ ਅਪਣਾਓ, ਕੋਈ ਇਦਾਂ ਦਾ ਤਰੀਕਾ ਅਪਣਾਓ ਕਿ ਉਹ ਧਨ ਜਿਹੜਾ ਹੈ ਤੁਸੀਂ ਆਪ ਆਪਣੇ ਕੋਲ ਲੈ ਕੇ ਰੱਖ ਲਵੋ। ਦੋਹਰਾ ਬਾਲ ਕੋ ਬੁਲਵਾਏ ਕੈ ਦੇਹੋ ਤਿਸੈ ਸਮਝਾਏ। ਮਹਿਤਾ ਜੀ ਆਖਣ ਲੱਗੇ ਭਾਈ ਬਾਲਾ ਜੀ ਨੂੰ ਸੱਦ ਲਓ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਸਮਝਾ ਦਿਓ। ਹਮ ਤੁਮ ਮਿਲਤੈ ਸੋ ਕਹੈ ਲਹਿ ਬਾਤ ਮਨਾਏ। ਕਲਿਆਣ ਦਾਸ ਜੀ ਕਹਿੰਦੇ ਮੈਂ ਤੁਸੀਂ ਸਾਰੇ ਜਾਣੇ ਮਿਲ ਕੇ ਨਾ ਭਾਈ ਬਾਲੇ ਨੂੰ ਅਸੀਂ ਕਹਿ ਕੇ ਸਮਝਾ ਦੇਾਂਗੇ। ਆਪਣੀ ਕਹੀ ਹੋਈ ਗੱਲ ਭਾਈ ਬਾਲੇ ਕੋਲੋਂ ਮਨਵਾ ਲਵਾਂਗੇ, ਕਿਉਂਕਿ ਭਾਈ ਬਾਲਾ ਹਰ ਵਕਤ ਗੁਰੂ ਸਾਹਿਬ ਕੋਲ ਰਹਿੰਦਾ, ਕੋਈ ਨਾ ਕੋਈ ਜੁਗਤੀ ਦੇ ਨਾਲ ਜਿਹੜਾ ਵੀ ਮੁਨਾਫਾ ਹੋਏਗਾ ਉਹ ਖਿਸਕਾ ਕੇ ਰੱਖ ਲਏਗਾ ਤੇ ਸਾਨੂੰ ਦੇ ਦੇਗਾ। ਹਾਕਲ ਛੰਦ ਜੈ ਰਾਮ ਬੋਲ ਤਤਕਾਲਾ। ਇਹ ਬਚਨ ਸੁਣ ਕੇ ਭਾਈ ਜੈ ਰਾਮ ਜੀ ਨੇ ਆਪਣਾ ਇੱਕ ਸੇਵਕ ਪਾਸ ਬੁਲਾਇਆ ਹੈ। ਪਠ ਦਾਸ ਬੁਲਾਇਓ ਬਾਲਾ। ਤਤਕਾਲ ਹੀ ਆਪਣਾ ਦਾਸ ਭੇਜ ਕੇ ਭਾਈ ਬਾਲਾ ਜੀ ਨੂੰ ਸੱਦਿਆ ਹੈ। ਜਬ ਬੈਸਿਓ ਬਚਨ ਬਖਾਨੇ। ਜਦੋਂ ਭਾਈ ਬਾਲਾ ਜੀ ਆ ਕੇ ਕੋਲ ਬਹਿ ਗਏ ਤੇ ਆਖਣ ਲੱਗੇ ਕਹਿਣ ਤੁਮ ਨਾਨਕ ਮੀਤ ਸੋ ਜਾਣੇ। ਆਖਣ ਲੱਗੇ ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਮਿੱਤਰ ਹੋ ਤੁਮ ਕੋ ਜਾਣਤ ਐਸੇ। ਤੇ ਕਲਿਆਣ ਦਾਸ ਜੀ ਕਹਿੰਦੇ ਮੈਂ ਤੁਹਾਨੂੰ ਇਸ ਤਰ੍ਹਾਂ ਸਮਝਦਾ ਜਾਣਦਾ ਹਾਂ। ਸੁਤ ਨਾਨਕ ਹੈ ਮਮ ਜੈਸੇ। ਜਿਵੇਂ ਮੇਰਾ ਪੁੱਤਰ ਨਾਨਕ ਹੈ ਨਾ ਭਾਈ ਬਾਲਾ ਜੀ, ਤੁਸੀਂ ਮੇਰੇ ਪੁੱਤਰ ਦੇ ਵਾਂਗੂ ਹੋ। ਕਰ ਤਾਂ ਕੀ ਅਬ ਰਖਵਾਰੀ। ਹੁਣ ਨਾ ਤੁਸੀਂ ਉਹਨਾਂ ਦੀ ਰਖਵਾਲੀ ਕਰਿਆ ਕਰੋ, ਧਿਆਨ ਰੱਖਿਆ ਕਰੋ। ਧਨ ਬਿਰਥਾ ਦੇ ਨਾ ਡਾਰੀ। ਉਹ ਧਨ ਮਾਇਆ ਨੂੰ ਵਿਅਰਥ ਨਾ ਗਵਾਵੇ, ਫਜ਼ੂਲ ਖਰਚੀ ਨਾ ਕਰੇ। ਤੁਝ ਸੰਗ ਰਹਿ ਕੀ ਲਾਜਾ। ਤੇਰਾ ਉਹਨਾਂ ਦੇ ਨਾਲ ਰਹਿਣ ਦੀ ਇਹੀ ਲਾਜ ਹੈ। ਧਨ ਜਾਵੇ ਨਹੀਂ ਅਕਾਜਾ। ਜਿਹੜੀ ਮਾਇਆ ਹੈ ਨਾ ਉਹ ਵਿਅਰਥ ਨਾ ਜਾਵੇ। ਸੁਨ ਕਾਲੂ ਤੇ ਤਹਿ ਕਾਲਾ। ਕਲਿਆਣ ਦਾਸ ਜੀ ਦੇ ਪਾਸੋਂ ਐਸੇ ਬਚਨ ਸੁਣ ਕਰਕੇ ਰਿਸ ਇਖਦ ਕਰ ਕਹਿ ਬਾਲਾ। ਭਾਈ ਬਾਲਾ ਜੀ ਥੋੜੇ ਜੇ ਖਿੱਚ ਗਏ ਤੇ ਖਿੱਚ ਕੇ ਸਖਤੀ ਨਾਲ ਬੋਲਣ ਲੱਗੇ ਹਨ। ਹਮ ਲੋਭ ਨਹੀਂ ਮਨ ਰਾਈ। ਆਖਣ ਲੱਗੇ ਮਹਿਤਾ ਜੀ ਸਾਡੇ ਮਨ ਦੇ ਅੰਦਰ ਰਾਈ ਮਾਤਰ ਵੀ ਲੋਭ ਲਾਲਚ ਨਹੀਂ ਹੈ। ਕਿਉਂ ਮਹਿਤਾ ਜੀ ਪਰਮਾਈ। ਮਹਿਤਾ ਜੀ ਕਿਉਂ ਤੁਸੀਂ ਸਾਨੂੰ ਭਰਮਾਉਣ ਦਾ ਯਤਨ ਕਰਦੇ ਹੋ। ਨਹਿ ਲਾਲਸ ਹੈ ਕੁਛ ਅਸਨਾ। ਮੇਰੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਲਾਲਸਾ ਨਹੀਂ, ਨਾ ਮੈਨੂੰ ਕੱਪੜੇ ਦੀ ਲਾਲਸਾ, ਨਾ ਭੋਜਨ ਦੀ ਲਾਲਸਾ ਹੈ। ਨਹਿ ਕਰਤ ਫਜ਼ੂਲੀ ਬਸਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਤਰ੍ਹਾਂ ਵੀ ਫਜ਼ੂਲ ਖਰਚੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਨਾ ਖਾਣ ਦਾ ਲਾਲਚ ਨਾ ਪਹਿਨਣ ਦਾ ਲਾਲਚ ਹੈ। ਪਰਮੇਸ਼ਰ ਨਾਨਕ ਰੂਪਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹਨ। ਉਪਕਾਰੀ ਸੰਤ ਅਨੂਪਾ। ਸਤਿਗੁਰ ਜੀ ਪਰਉਪਕਾਰੀ ਸੰਤ ਉਪਮਾ ਤੋਂ ਰਹਿਤ ਹਨ। ਇਸ ਸੰਗਤ ਹੋਤ ਉਦਾਰੋ। ਐਸੇ ਸਤਿਗੁਰ ਜੀ ਦੀ ਸੰਗਤ ਕਰਨ ਦੇ ਨਾਲ ਜੀਵਾਂ ਦਾ ਉਧਾਰ ਹੁੰਦਾ ਹੈ। ਮਨ ਸਭ ਹੈ ਸ਼ਰਧਾ ਧਾਰ। ਤੇ ਜਿਹੜਾ ਆਪਣੇ ਮਨ ਦੇ ਅੰਦਰ ਸ਼ਰਧਾ
ਉਹਨਾਂ ਨੂੰ ਧਾਰਨ ਕਰਦਾ ਉਹਦਾ ਮਨ ਸਬਰ ਜਾਂਦਾ ਹੈ। ਹਮ ਪਾਈ ਦੁਰਲਭ ਦੇਹਾ, ਅਸੀਂ ਇਹ ਜਿਹੜੀ ਦੁਰਲਭ ਦੇਹੀ ਪ੍ਰਾਪਤ ਕੀਤੀ ਹੈ। ਪਵਤਾਰੋ ਕਾਰਜ ਏਹਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਸਾਰ ਦੇ ਵਿੱਚ ਆਉਣ ਦਾ ਇਹੀ ਕਾਰਜ ਕਿ ਸਾਡੇ ਜਿਹੇ ਮਨੁੱਖਾਂ ਦਾ ਉਧਾਰ ਕਰਨਾ, ਸਾਡੇ ਜੇ ਮਨੁੱਖਾਂ ਦਾ ਭਲਾ ਕਰਨਾ। ਸੁਨ ਮਹਿਤਾ ਤੁਝ ਤੇ ਧਨ ਚਾਹਾ, ਇਹ ਮਹਿਤਾ ਜੀ ਤੁਸੀਂ ਆਪਣੇ ਮਨ ਦੇ ਅੰਦਰ ਧਨ ਦੀ ਚਾਹਨਾ ਰੱਖਦੇ ਹੋ। ਰਹੋ ਨਾਨਕ ਸੁਤ ਕੇ ਪਾਹਾ, ਤੇ ਤੁਸੀਂ ਫਿਰ ਇਸ ਤਰ੍ਹਾਂ ਕਰੋ, ਤੁਸੀਂ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਦੇ ਪਾਸ ਆਪ ਹੀ ਰਹਿ ਲਵੋ। ਮਮ ਇੱਛਾ ਔਰ ਮੈਂ ਇਹੀ, ਮੇਰੇ ਮਨ ਦੇ ਅੰਦਰ ਤਾਂ ਇਹੀ ਇੱਛਾ ਹੈ। ਨੈ ਆਇਸ ਮੇਟਵ ਕੇਹੀ, ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਨਹੀਂ ਮੇਟ ਸਕਦਾ। ਕਛ ਦਰਬ ਨਾ ਪ੍ਰੀਹਾ ਮੇਰੇ, ਨਾ ਹੀ ਮੇਰੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਮਾਇਆ ਦੀ ਇੱਛਾ ਹੈ। ਜੇ ਮਨ ਮੈਂ ਲਾਲਸ ਤੇਰੇ, ਜੇ ਤੁਹਾਡੇ ਮਨ ਦੇ ਅੰਦਰ ਮਹਿਤਾ ਜੀ ਮਾਇਆ ਦੀ ਲਾਲਸਾ ਹੈ, ਮਾਇਆ ਦੀ ਇੱਛਾ ਹੈ, ਰਹੋ ਨਾਨਕ ਸੁਤ ਕੇ ਪਾਸੂ, ਤੁਸੀਂ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਰਹਿ ਲਵੋ। ਲੈ ਆਵੋ ਇਹਾਂ ਆਵਾਸੂ, ਤੇ ਆਪਣਾ ਘਰ-ਬਾਰ ਇੱਥੇ ਹੀ ਲੈ ਆਓ, ਸਾਰਾ ਪਰਿਵਾਰ ਨਾ ਇੱਥੇ ਲੈ ਕੇ ਇੱਥੇ ਹੀ ਵਸ ਜਾਵੋ। ਜੋ ਖਰਚਾ ਤੇ ਵੱਧ ਜਾਵੇ, ਖਰਚੇ ਦੇ ਵਿੱਚੋਂ ਜੋ ਕੁਝ ਵੀ ਵੱਧ ਜਾਵੇਗਾ, ਰਹੋ ਲੇਵਤ ਜੋ ਘਰ ਆਵੇ, ਉਹਨਾਂ ਦੇ ਕੋਲ ਤੁਸੀਂ ਰਹੋਗੇ। ਜੋ ਕੁਝ ਵੱਧ ਜਾਏਗਾ ਤੁਸੀਂ ਆਪ ਜਾ ਕੇ ਲੈ ਲੈਣਾ। ਬਿਤ ਹੋਏ ਨਾ ਹਮਰੇ ਪਾਸਾ, ਮੇਰੇ ਪਾਸ ਤਾਂ ਮਾਇਆ ਨਹੀਂ ਹੁੰਦੀ, ਨਾ ਮੈਂ ਮਾਇਆ ਆਪਣੇ ਕੋਲ ਰੱਖਦਾ ਹਾਂ। ਉਹ ਸੁਆਮੀ ਹਮ ਤਹਿ ਦਾਸਾ, ਗੁਰੂ ਨਾਨਕ ਸਾਹਿਬ ਜੀ ਮੇਰੇ ਸੁਆਮੀ ਮਾਲਕ ਨੇ ਤੇ ਮੈਂ ਉਹਨਾਂ ਦਾ ਦਾਸ ਸੇਵਕ ਹਾਂ। ਧਨ ਇਕੱਠੋ ਕਿਉ ਬਨ ਆਈ, ਇਸ ਤਰ੍ਹਾਂ ਕਹਿੰਦੇ ਧਨ ਇਕੱਠਾ ਕਿਵੇਂ ਬਣਿਆ ਸਕਦਾ ਹੈ। ਤੈ ਆਇਸ ਮੇ ਜਾਈ, ਭਾਵ ਮੈਂ ਮਾਇਆ ਇਕੱਠੀ ਨਹੀਂ ਕਰ ਸਕਦਾ। ਜੇ ਤੁਸੀਂ ਆਖੋ ਨਾ ਵੀ ਉਹਨਾਂ ਕੋਲੋਂ ਪੈਸਾ ਲੈ ਕੇ ਮਾਇਆ ਲੈ ਕੇ ਮੈਂ ਇਕੱਠੀ ਕਰਕੇ ਰੱਖ ਲਵਾਂ, ਇਹ ਕੰਮ ਮੈਂ ਨਹੀਂ ਕਰ ਸਕਦਾ। ਮੈਂ ਤਾਂ ਗੁਰੂ ਸਾਹਿਬ ਦਾ ਸੇਵਕ ਹਾਂ, ਉਹ ਮਾਲਕ ਹਨ ਤੇ ਉਹਨਾਂ ਦੀ ਆਗਿਆ ਮੈਂ ਕਦੇ ਮੇਟ ਨਹੀਂ ਸਕਦਾ। ਜੇ ਤੁਹਾਨੂੰ ਮਾਇਆ ਚਾਹੀਦੀ ਤੇ ਤੁਸੀਂ ਉਹਨਾਂ ਦੇ ਕੋਲ ਰਹਿ ਲਓ, ਆਪਣਾ ਪਰਿਵਾਰ ਇੱਥੇ ਲੈ ਆਓ ਤੇ ਜਿੰਨੀ ਮਰਜ਼ੀ ਮਾਇਆ ਲੈ ਲੈਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ਼ ਜੀ, ਉਹਨਾਂ ਦੇ ਪਿਤਾ ਜੀ ਵਾਪਸ ਜਾਣਗੇ। ਜਿਸ ਤਰ੍ਹਾਂ ਇੱਕ ਵਾਰੀ ਫਿਰ ਹਿਸਾਬ ਕਿਤਾਬ ਹੋਏਗਾ, ਕੋਈ ਚੁਗਲਖੋਰ ਆ ਕੇ ਚੁਗਲੀ ਕਰੇਗਾ ਤੇ ਫਿਰ ਵਾਧਾ ਨਿਕਲੇਗਾ। ਇਹ ਕਥਾ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਕਥਨ ਕਰਦਿਆਂ ਹੋਇਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਰੱਖ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੇ ਸਦਾ ਸੰਗ ਨਿਧਾਰਾ ਆਧਾਰ ਹੇ
ठाकुर हौ दासरो मैं निर्गुण गुण नहीं कोय। नानक दीजै नाम दान राखो हिय परोए। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो शरदा कर सेव दे गुर पार उतारण हार। वाहिगुरु नाम जहाज है चढ़े सो उतरे पार। जो शरदा कर सेव दे गुर पार उतारण हार। वाहिगुरु जी का खालसा वाहिगुरु जी की फतेह। ਸਾਹਿਬ ਜੀ ਕਰੂੰ ਬੰਦ ਨਾਨਕ